ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਵਿਚਿੱਤਰ ਜੀਵਨ। ਆਪ ਜੀ ਦਾ ਅਵਤਾਰ 26 ਅੱਸੂ ਸੰਮਤ 1591, ਗੁਰਤਾ ਗੱਦੀ 2 ਅੱਸੂ ਸੰਮਤ 1631, ਜੋਤੀ ਜੋਤ ਸਮੂਣਾ 2 ਅੱਸੂ ਸੰਮਤ 1638, ਅਗ ਅੰਤਕ ਬਦੈ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਣ। ਇਹ ਸਵਈਆਂ ਚ ਭੱਟਾਂ ਨੇ ਕਿਰਪਾ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਿੱਖ ਪੰਥ ਦੇ ਚੌਥੇ ਸਤਿਗੁਰੂ ਸਾਹਿਬ ਜੀ ਹੋਏ ਹਨ। ਆਪ ਜੀ ਦੇ ਮਾਤਾ ਪਿਤਾ, ਅਵਤਾਰ ਦਿਵਸ ਔਰ ਜਨਮ ਸਥਾਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 26 ਅੱਸੂ ਕੱਤਕ ਬਦੀ 2 ਵੀਰਵਾਰ ਸੰਮਤ 1591 ਨੂੰ ਚੂਨੇ ਮੰਡੀ ਲਾਹੌਰ ਦੇ ਵਿੱਚ ਸਤਿਕਾਰਯੋਗ ਸ਼੍ਰੀ ਹਰਦਾਸ ਮਲ ਸੋਢੀ ਖੱਤਰੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਅਵਤਰੇ। ਉੱਥੇ ਅਵਤਾਰ ਹੋਇਆ। ਵਿਆਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਆਪ ਜੀ ਦਾ ਵਿਆਹ 22 ਫੱਗਣ ਸੰਮਤ 1610 ਨੂੰ ਸ਼੍ਰੀ ਗੋਇੰਦਵਾਲ ਸਾਹਿਬ ਹੋਇਆ। ਆਪ ਜੀ ਦੇ ਸੰਤਾਨ ਆਪ ਜੀ ਦੇ ਘਰ ਬੀਬੀ ਭਾਨੀ ਜੀ ਔਰ ਸਤਿਗੁਰਾਂ ਦੇ ਗ੍ਰਹਿ ਵਿਖੇ 3 ਸੁਪੁੱਤਰ। ਵੱਡੇ ਬਾਬਾ ਪਿਰਥੀ ਚੰਦ ਜੀ ਸੰਮਤ 1617, ਛੋਟੇ ਸ਼੍ਰੀ ਮਹਾਦੇਵ ਜੀ ਸੰਮਤ 1618, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਮਤ 1620 ਵਿੱਚ ਅਵਤਰੇ। ਆਪ ਜੀ ਦੀ ਪਹਿਲੀ ਉਮਰ ਬਾਰੇ ਆਪ ਜੀ ਦਾ ਉਪਨਾਮ ਪਹਿਲਾ ਜਿਹੜਾ ਸੀ ਜੇਠਾ ਜੀ ਸੀ। ਨਾਨਕੇ ਪਿੰਡ ਬਾਸਰ ਕੇ ਸਨ। ਆਪ ਜੀ ਦੇ ਮਾਤਾ ਪਿਤਾ ਛੋਟੀ ਉਮਰ 'ਚ ਸੱਚਖੰਡ ਚਲੇ ਗਏ। ਆਪ ਜੀ ਦੀ ਨਾਨੀ ਆਪ ਜੀ ਨੂੰ ਬਾਸਰ ਕੇ ਲੈ ਆਈ। ਇਸ ਸਮੇਂ ਆਪ ਜੀ ਦੀ ਉਮਰ 7 ਜਾਂ 8 ਸਾਲ ਦੇ ਨੇੜੇ ਸੀ। ਇੱਥੇ ਆ ਕੇ ਇਹਨਾਂ ਨੂੰ ਛੋਟੇ ਜਿਹੇ ਕਾਰੋਬਾਰ ਵੱਲ ਲਾਇਆ। ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਜਿਸ ਤਰ੍ਹਾਂ ਛਾਬੜੀ ਲਾਉਂਦੇ ਆ, ਇਸ ਤਰ੍ਹਾਂ ਕਿਰਤ ਵਿੱਚ ਲਾਇਆ। ਫਿਰ ਆਪ ਜੀ ਗੋਇੰਦਵਾਲ ਸਾਹਿਬ ਆ ਗਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਨਾਲ ਤੇ ਸ਼੍ਰੀ ਗੁਰੂ ਆਪਣੇ ਪਰਿਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਸੰਮਤ 1606 ਵਿੱਚ ਬਾਸਰ ਕੇ ਨਗਰ ਤੋਂ ਗੋਇੰਦਵਾਲ ਲੈ ਆਏ ਸੀ। ਉਹਨਾਂ ਦੇ ਨਾਲ ਹੀ ਸ਼੍ਰੀ ਜੇਠਾ ਗੁਰੂ ਰਾਮਦਾਸ ਜੀ ਵੀ ਗੋਇੰਦਵਾਲ ਆ ਗਿਆ, ਕਿਉਂਕਿ ਸ਼੍ਰੀ ਜੇਠਾ ਜੀ ਦੇ ਨਾਨਕੇ ਬਾਸਰ ਕੇ ਹੋਣ ਕਰਕੇ ਗੁਰੂ ਅਮਰਦਾਸ ਜੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਤੇ ਇਸ ਵਾਸਤੇ ਆਪ ਨੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕੀਤੀ ਦੇਖ ਕੇ ਗੋਇੰਦਵਾਲ ਜਾ ਕੇ ਕਿਸੇ ਕਾਰਜ ਤੇ ਲਾਉਣਾ ਚੰਗਾ ਸਮਝਿਆ। ਗੋਇੰਦਵਾਲ ਫਿਰ ਸਤਿਗੁਰੂ ਦੀ ਖੁਸ਼ੀ ਨਾਲ ਉੱਥੇ ਟਿਕ ਗਏ। ਇੱਥੇ ਆਪਣਾ ਕਾਰੋਬਾਰ ਕਰਦੇ ਰਹੇ। ਬਾਕੀ ਕਿਰਤ ਤੋਂ ਵਾਧੂ ਸਮਾਂ ਜਿਹੜਾ ਉਹ ਸੇਵਾ 'ਚ ਬਤੀਤ ਕਰਦੇ ਸੀ। ਜਦੋਂ ਸਮਾਂ ਮਿਲਦਾ ਸੀ ਗੁਰੂ ਕੇ ਲੰਗਰ ਭਾਂਡੇ ਮਾਂਜਣੇ, ਜਲ ਛਕਾਉਣਾ, ਪੱਖਾ ਚੱਲਣਾ, ਗੁਰਸਿੱਖਾਂ ਦੀ ਪ੍ਰੇਮ ਸ਼ਰਧਾ ਨਾਲ ਇਸ਼ਨਾਨ ਆਦਿ ਦੀ ਸੇਵਾ ਕਰਾਉਣੀ। ਸੇਵਾ ਤੋਂ ਫਿਰ ਮੇਵਾ ਮਿਲਦਾ। ਕਹਿੰਦੇ ਉਹ ਗੱਲ ਜੇਠਾ ਜੀ ਨਾ ਹੋਈ। ਆਪਦੀ ਸੇਵਾ ਨਿਮਰਤਾ, ਸਰੀਰਕ ਤੰਦਰੁਸਤੀ, ਹਰ ਤਰ੍ਹਾਂ ਦੀ ਯੋਗਤਾ ਦੇਖ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ
अपनी छोटी सपुत्री बीबी भानी नाल 22 फगन संमत 1610 ਨੂੰ आप जी ਦੇ ਨਾਲ ਵਿਆਹ ਕਰ ਦਿੱਤਾ। सेवा ਦੀ ਲਗਨ ਬਹੁਤ ਸੀ, ਫੀਥੇ ਟਿਕੇ ਰਹੇ, ਅੱਗੇ ਨੂੰ ਵਧੇਰੇ ਪ੍ਰੇਮ ਨਾਲ ਸੇਵਾ ਕਰਦੇ ਰਹੇ ਤੇ ਜਿਹੜਾ ਆਮ ਜਵਾਈਆਂ ਭਾਈਆਂ ਦਾ ਮਾਣ ਹੁੰਦਾ ਉਹ ਛੱਡ ਕੇ ਇੱਕ ਸੇਵਕ ਦੇ ਰੂਪ ਵਿੱਚ ਸੰਗਤਾਂ ਦੀ ਸੇਵਾ ਕਰਦੇ ਰਹੇ। ਅੰਮ੍ਰਿਤ ਵੇਲੇ ਸਤਿਗੁਰਾਂ ਦਾ ਇਸ਼ਨਾਨ ਕਰਾਉਣਾ, ਉਹਨਾਂ ਦੇ ਵਸਤਰ ਸਾਫ਼ ਕਰਨੇ, ਲੰਗਰ ਪਾਣੀ ਛਕਾਉਣਾ, ਉਹਨਾਂ ਦੇ ਸਰੀਰ ਦੀ ਕੁੱਟਣ ਦੀ ਸੇਵਾ ਕਰਨੀ, ਆਗਿਆ ਪਾਲਣੀ, ਸੇਵਾ 'ਚ ਹਾਜ਼ਰ ਰਹਿਣਾ, ਸਦਾ ਹੀ ਸੇਵਾ 'ਚ ਲੱਗੇ ਰਹਿੰਦੇ ਸੀ। ਪ੍ਰੇਮ 'ਚ ਐਸੀ ਭਾਵਨਾ ਸੀ, ਹੁਣ ਮੂਰਖ ਕਾਰ ਹੈ ਲਾਈਆ ਨਾਨਕ ਹਰ ਕੰਮੇ। ਫਿਰ ਵਿਸਾਖੀ ਵਾਲੇ ਦਿਨ ਸੰਮਤ 1616 ਨੂੰ ਜਦੋਂ ਬੋਲੀ ਸਾਹਿਬ ਦੀ ਸੇਵਾ ਆਰੰਭ ਹੋਈ, ਭਾਈ ਜੇਠਾ ਜੀ ਨੇ ਸਧਾਰਨ ਗੁਰਸਿੱਖਾਂ ਨੂੰ ਟੋਕਰੀ ਢੋਣੀ, ਦਿਨ ਰਾਤ ਸੇਵਾ ਕਰਨੀ। ਇਹ ਦਾਸਾ ਭਾਵ ਵਾਲੀ ਸੇਵਾ ਤੇ ਮਹਾਰਾਜ ਬੜੇ ਖੁਸ਼ ਸੀਗੇ। ਇਸ ਤਰ੍ਹਾਂ ਬੀਬੀ ਭਾਨੀ ਜੀ ਦੀ ਸੇਵਾ ਆਪਣੇ ਪਿਆਰੇ ਸਤਿਗੁਰਾਂ ਦੀ ਤਨ ਮਨ ਕਰਕੇ ਨਿਮਰਤਾ ਨਾਲ ਸੇਵਾ ਕਰਦੇ ਸੀ। ਪ੍ਰਸ਼ਾਦ ਤਿਆਰ ਕਰਕੇ ਛਕਾਉਣਾ, ਬਿਰਧਾ ਵਾਸਤਾ ਦੇ ਖਾਣ ਪੀਣ ਪਹਿਨਣ ਦਾ ਬੀਬੀ ਜੀ ਹਰ ਤਰ੍ਹਾਂ ਧਿਆਨ ਰੱਖਦੇ ਸੀ ਔਰ ਬਹੁਤਾ ਸਮਾਂ ਗੁਰੂ ਸਾਹਿਬ ਦੀ ਸੇਵਾ 'ਚ ਬਤੀਤ ਕਰਦੇ ਸੀ। ਇਸ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੋਹਾਂ 'ਤੇ ਬਹੁਤ ਪ੍ਰਸੰਨ ਸੀ। ਫਿਰ ਚੁਹਾਲ ਪਰਗਣੇ ਦੀ ਜਗੀਰ ਦਾ ਪਟਾ ਸੰਮਤ 1624 ਵਿੱਚ ਹੋਇਆ। ਬੀਬੀ ਭਾਨੀ ਜੀ ਸ਼੍ਰੀ ਜੇਠਾ ਜੀ ਨੂੰ ਥੱਕ ਸੇਵਾ ਤੇ ਮਹਾਰਾਜ ਖੁਸ਼ ਹੋਏ ਤੇ ਗੁਰੂ ਅਮਰਦਾਸ ਨੇ ਚੁਹਾਲ ਪਰਗਣੇ ਦੀ 500-600 ਬਿਘੇ ਦੀ ਜ਼ਮੀਨ ਜਗੀਰ ਦਾ ਜਿਹੜਾ ਪਟਾ ਅਕਬਰ ਨੇ ਦੇਣ ਵਾਸਤੇ ਬੇਨਤੀ ਕੀਤੀ ਸੀ। ਮਹਾਰਾਜ ਨੇ ਆਪ ਪ੍ਰਵਾਨ ਕੀਤਾ। ਅਕਬਰ ਬੜਾ ਸਿਆਣਾ ਸੀ, ਕਹਿਣ ਲੱਗਾ ਵੀ ਲੜਕੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਉਸ ਨੇ ਫਿਰ ਇਹ ਪਟਾ ਬੀਬੀ ਭਾਨੀ ਦੇ ਨਾਲ ਕਰ ਦਿੱਤਾ ਤੇ ਬੀੜ ਫਿਰ ਬਾਬਾ ਬੁੱਢਾ ਸਾਹਿਬ, ਇਹ ਜਿਹੜੀ ਜਗੀਰ ਸੀ ਦੀ ਦੇਖਭਾਲ ਵਾਸਤੇ ਬਾਬਾ ਬੁੱਢਾ ਸਾਹਿਬ ਨੂੰ ਇਹ ਸੇਵਾ ਦਿੱਤੀ। ਬਾਬਾ ਵੀ ਚੁਹਾਲ ਦੇ ਨੇੜੇ ਇਸ ਜ਼ਮੀਨ 'ਚ ਆਪਣਾ ਨਿਵਾਸ ਰੱਖਿਆ, ਖੇਤੀਬਾੜੀ ਕਰਾਉਂਦੇ ਰਹੇ, ਲੰਗਰ ਲਈ ਕਾਫੀ ਆਮਦਨ ਹੋ ਗਈ। ਇਸ ਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਜੀ ਹੈ। ਬੀੜ ਨਾਮ ਜੰਗਲ ਦਾ ਹੁੰਦਾ, ਜੰਗਲ ਆਬਾਦ ਕੀਤਾ, ਹੁਣ ਵੀ ਪ੍ਰਸਿੱਧ ਆ ਤੇ ਬਾਬਾ ਜੀ ਦੇ ਨਾਂ ਤੇ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਔਰ ਇਸੇ ਤਰ੍ਹਾਂ ਸਰੋਵਰ ਵੀ ਹੈ ਔਰ ਤੇ ਨਾਲ ਹੋਰ ਵੀ ਵਿਦਿਆ ਦੇ ਅਦਾਰੇ ਵੀ ਚੱਲਦੇ ਆ। ਗੁਰੂ ਦੇ ਚੱਕ ਦਾ ਨਹੀਂ ਰੱਖਣਾ, ਤੁਹਾਨੂੰ ਗੁਰੂ ਅਮਰਦਾਸ ਦੀ ਆਗਿਆ ਨਾਲ ਸ਼੍ਰੀ ਜੇਠਾ ਜੀ ਨੇ ਸੰਮਤ 1631 ਨੂੰ ਗੁਰੂ ਚੱਕ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਤੇ ਫਿਰ ਜੇਠਾ ਜੀ ਨੇ ਆਪਣੇ ਰਹਿਣ ਲਈ ਘਰ ਵੀ ਬਣਾਏ। ਗੁਰੂ ਕੇ ਮਹਿਲ ਉਹਨਾਂ ਦਾ ਨਾਮ ਪ੍ਰਸਿੱਧ ਹੋਇਆ। ਇਹਨਾਂ ਮਹਿਲਾਂ 'ਚ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਵਾਸ ਰੱਖਦੇ ਰਹੇ। ਫਿਰ ਸਰੋਵਰ ਦੀ ਸੇਵਾ ਉਸ ਸਮੇਂ ਮੀਂਹ ਨਾਮ ਪੈਣ ਕਰਕੇ ਕਈ ਵਾਰੀ ਔੜ ਲੱਗਦੀ, ਬੜੀ ਤੰਗੀ ਹੁੰਦੀ ਸੀ ਤੇ ਮਹਾਰਾਜ ਨੇ ਸਾਰਿਆਂ ਦਾ ਹਿੱਤ ਜਾਣ ਕੇ ਜਾਨਵਰ, ਪਸ਼ੂ, ਮਨੁੱਖ ਮਾਤਰ ਪਾਣੀ ਦੀ ਘਾਟ ਕਰੇ ਦੁਖੀ ਹੁੰਦੇ ਸੀ। ਇਸ ਭਲਾਈ ਨੂੰ ਮੁੱਖ ਰੱਖ ਕੇ ਖੂਹ, ਤਾਲ, ਬੋਲੀ, ਟੋਭੇ ਲਾਉਣੇ ਬੜੇ ਭਾਲੇ ਕੰਮ ਸਮਝੇ ਜਾਂਦੇ ਸੀ ਤੇ ਮਹਾਰਾਜ ਨੇ ਪਿੰਡਾਂ ਦੇ ਕੋਲ ਪਰਉਪਕਾਰੀ ਲੋਕ ਪਾਣੀ ਜਮ੍ਹਾਂ ਰੱਖਣ ਦਾ ਕੋਈ ਨਹੀਂ ਐਸਾ ਵਸੀਲਾ ਨਹੀਂ ਸੀ ਮਹਾਰਾਜ ਨੇ ਬਣਾਇਆ। ਇਹ ਔੜ ਸਮੇਂ ਜਿਹੜਾ ਸਾਰਿਆਂ ਦੇ ਕੰਮ ਆਵੇ, ਇਹ ਵਿਚਾਰ ਕੇ ਤੁਹਾਨੂੰ ਗੁਰੂ ਅਮਰਦਾਸ ਨੇ ਭਾਈ ਜੇਠਾ ਜੀ ਨੂੰ ਕਿੱਥੇ ਆਗਿਆ ਕੀਤੀ ਤੇ ਨੀਵੇਂ ਥਾਂ ਜਿੱਥੇ ਆਰਾਮ ਵਾਸਤੇ ਬਿਰਛਾਂ ਦੀ ਛਾਂ ਹੋਵੇ, ਜਿੱਥੇ ਨਗਰ ਦੀ ਨਹੀਂ ਰੱਖੀ ਆ ਉੱਥੇ ਸਰੋਵਰ ਵੀ ਤਿਆਰ ਕਰਨਾ। ਭਾਈ ਜੇਠਾ ਜੀ ਨੇ ਗੁਰੂ ਚੱਕ ਦੀ ਨੀਂਹ ਰੱਖਣ ਦੇ ਨਾਲ ਸਰੋਵਰ ਖੁਦਵਾਇਆ। ਇਸ ਸਰੋਵਰ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਕੀਤਾ, ਪੱਕਾ ਕੀਤਾ। ਇਹਦਾ ਨਾਮ ਸੰਤੋਖ ਸਰ ਰੱਖਿਆ। ਉਸ ਸਮੇਂ ਸਰੋਵਰਾਂ ਦੀ
ਭਾਵੇਂ ਪਾਣੀ ਦੀ ਔਕੜ ਦੂਰ ਕਰਨ ਕੇ ਮਹਾਨਤਾ ਸੀ। ਪਿੱਛੋਂ ਸਿੱਖ ਸੰਗਤਾਂ ਨੇ ਮਹਾਨਤਾ ਬਹੁਤ ਵਧ ਗਈ, ਕਿਉਂਕਿ ਮਹਾਰਾਜ ਨੇ ਆਪਣੇ ਪਿੱਤਰ ਹਸਤ ਕਮਲਾਂ ਨਾਲ ਤੇ ਇਹਨਾਂ ਨੂੰ ਗੁਰੂ ਸਾਹਿਬ ਵੱਲੋਂ ਵਰਦਾਨ ਵੀ ਪ੍ਰਾਪਤ ਹੋਏ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸੇ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਜੋ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਇਹ ਜਿਹੜਾ ਸਰੋਵਰ ਸੀ, ਇਸ ਦੀ ਖੁਦਾਈ ਵੀ ਗੁਰੂ ਰਾਮਦਾਸ ਨੇ ਸ਼ੁਰੂ ਕੀਤੀ ਸੀ। ਗੁਰਤਾ ਗੱਦੀ ਦੀ ਪ੍ਰਾਪਤੀ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਹਰ ਤਰ੍ਹਾਂ ਯੋਗ ਨਿਰਮਾਣ ਸੇਵਕ ਦੇਖ ਕੇ ਖੁਸ਼ ਹੋ ਕੇ ਭਾਦੋਂ ਸੁਦੀ 13 ਅੱਸੂ 2 ਸੰਮਤ 1631 ਸੰਨ 1574 ਨੂੰ ਗੁਰਤਾ ਗੱਦੀ ਦਾ ਤਿਲਕ ਬਖਸ਼ਿਆ ਤੇ ਗੁਰੂ ਸਥਾਪਨ ਕਰਤਾ। ਸ਼ਬਦ ਮਾਨਿਓ ਮਨ ਤਤ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਆਂ ਗੁਰੂ ਰਾਮਦਾਸ। ਇਹ ਸੋਈਆਂ 'ਚ ਸ਼ਬਦ ਹੈ। ਇਸ ਦਿਨ ਤੋਂ ਫਿਰ ਭਾਈ ਜੇਠਾ ਜੀ ਦਾ ਨਾਂ ਜਿਹੜਾ ਸੀ ਸ਼੍ਰੀ ਗੁਰੂ ਰਾਮਦਾਸ ਪ੍ਰਸਿੱਧ ਹੋ ਗਿਆ। ਉੱਚੀ ਪਦਵੀ ਪ੍ਰਾਪਤ ਕਰਕੇ ਆਪ ਜੀ ਨੇ ਨਿਮਰਤਾ ਇਸੇ ਤਰ੍ਹਾਂ ਦੀ ਜੋ ਹਮਾਰੀ ਵਿਦ ਹੋਤੀ ਮੇਰੇ सतगुरा साहब बिद तुम हर जानो आपे हम रुलते फिरते कोई बात न पूछता, कोई बात न पूछता गुर सतगुर संग कीरे हम थापे। धन धन गुरु नानक जन केरा जित मिलिया चूके सब सोग संतापे। ये गुरु के चक का निवास गुरता गद्दी प्राप्त करके फिर कोई समय गोंदवाल रहे, इत्थे संग निहाल करते रहे। फिर अपने आरंभ किए नगर गुरु के चक आ गए। इत्थे आके हर तरह के बेअंत लोगों को सहूलतां दे के नगर वसाया। रौनक वधदी गई। फिर रामसर सरोवर दी रखनी गुरु नगर की रौनक ਵਧਾਉਣ महाराज ने संमत 1634 च एक होर सरोवर की नींह रख के उसकी खुदाई कराई। हाँ जी, ਇਹਦਾ ਨਾਮ ਗੁਰੂ ਜੀ ਨੇ ਰਾਮਦਾਸ ਸਰੋਵਰ ਰੱਖਿਆ। ਮੇਰੇ ਗੁਰੂ ਅਰਜਨ ਦੇਵ ਜੀ ਨੇ ਇਹਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਵਰਣਨ ਕਰਕੇ ਬਹੁਤ ਵਰ ਦਿੱਤੇ। ਸੰਤੋ ਰਾਮਦਾਸ ਸਰੋਵਰ ਨੀਕਾਂ ਜੋ ਨਾਵੈ ਸੋ ਕੋਲ ਉਤਰਾਵੈ ਆਧਾਰ ਹੋ ਹੈ ਜੀ ਕਾ ਰਹੋ। ਸੋਰਠ ਵਿੱਚ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਫਿਰ ਅੰਮ੍ਰਿਤ ਸਰੋਵਰ ਤੇ ਅੰਮ੍ਰਿਤਸਰ ਦਾ ਨਾਮ ਦਿੱਤਾ। ਇਹ ਸ਼ਹਿਰ ਦਾ ਨਾਮ ਪਹਿਲਾਂ ਗੁਰੂ ਅਮਰਦਾਸ ਦੇ ਸਮੇਂ ਚੱਕ ਗੁਰੂ ਸੀ। ਫਿਰ ਜਦੋਂ ਗੁਰੂ ਸ਼੍ਰੀ ਗੁਰੂ ਰਾਮਦਾਸ ਗੱਦੀ 'ਤੇ ਬੈਠੇ ਆਪਣਾ ਨਿਵਾਸ ਰੱਖਿਆ, ਇਹਦਾ ਨਾਂ ਚੱਕ ਰਾਮਦਾਸਪੁਰ ਪ੍ਰਚਲਿਤ ਹੋ ਗਿਆ। ਫਿਰ ਗੁਰੂ ਅਰਜਨ ਦੇਵ ਜੀ ਨੇ ਨਗਰ ਦੇ ਨਾਮ ਵਰਣਨ ਕੀਤੇ। ਬਖਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿ ਨਾਨਕ ਅਸਮਨ ਜਾਹੇ ਨਾਇਆ ਰਾਮਦਾਸੁਰ। ਇਹ ਫੂਨੇ ਨਾਮ ਦੀ ਬਾਣੀ 'ਚ ਹੈ। ਫਿਰ ਸਤਿਗੁਰੂ ਹਾਂਜੀ ਇਹ ਸਰੋਵਰ ਦਾ ਨਾਮ ਅੰਮ੍ਰਿਤਸਰ ਅੰਮ੍ਰਿਤਦਾਸ ਸਰੋਵਰ ਪ੍ਰਸਿੱਧ ਹੋ ਗਿਆ। ਨਾਲ ਹੀ ਰਾਮਦਾਸਪੁਰ ਨਾਮ ਅੰਮ੍ਰਿਤਸਰ ਇਹ ਵੀ ਪ੍ਰਚਲਿਤ ਹੈ। ਇਹ ਸਾਰੇ ਵਾਕ ਗੁਰੂ ਗ੍ਰੰਥ ਸਾਹਿਬ 'ਚ ਤਕਰੀਬਨ 15 ਵਾਰੀ ਆਏ ਹੈ। ਇਹਨਾਂ 15 'ਚ ਇੱਕ ਵਾਕ ਭਗਤ ਨਾਮਦੇਵ ਨੇ ਰਾਗ ਧਨਾਸਰੀ 'ਚ 693 ਤੇ ਦਿੱਤਾ ਹੈ। ਅੰਮ੍ਰਿਤ ਦਾ ਸੋਮਾ ਆਤਮਾ ਪਰਮਾਤਮਾ ਪੁਰਸ਼ ਦੇ ਅੰਦਰ ਹੈਗਾ। ਅੰਤਰਗਤ ਤੀਰਥ ਮਲ ਨਾਓ। ਇਸ ਵਾਸਤੇ ਸ਼੍ਰੀ ਗੁਰੂ ਰਾਮਦਾਸ ਦੇ ਰਜੇ ਸਰੋਵਰ ਨਾਲ ਸੰਬੰਧਿਤ ਸ਼ਬਦ ਹੈ ਤੇ ਇਸ ਵਾਸਤੇ ਸਤਿਗੁਰ ਪੁਰਖ ਅੰਮ੍ਰਿਤਸਰ ਬੜਭਾਗੀ ਨਾਮ ਹੈ ਆਏ। ਇਸ ਤੇ ਮੁਕਤੀ ਦਾ ਸਰੋਵਰ ਸਤਿਗੁਰੂ ਆ। ਇਸ ਵਾਸਤੇ ਸ੍ਰੀ ਰਾਗ 'ਚ ਵੀ ਸ਼ਬਦ ਦੱਸੇ। ਸਤਿਗੁਰੂ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮੈਲ ਚੁਕਾਵਣ। ਹਰ ਅੰਮ੍ਰਿਤਸਰ ਗੁਰ ਪੂਰਿਆ ਮਿਲ ਸੰਗਤੀ ਮਨ ਲੈ ਜਾਏ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਭਜਨ ਪਰੰਪਰਾ। ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਫਲ ਕੇ ਉਠਾਰ ਨਾਮ ਧਿਆਵੈ। ਉਦਮ ਕਰੇ ਫਲ ਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਹਿਰਦੈ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤਸਰ ਨਾਏ।
मनसा का दाता सब सुख निदान, अमृतसर सद ही भरपूरा राव। अमृतसर सतगुरु सदवादी जित नातै, कौआ हंस हो है, अंदरों तृष्णा अग्न बुझी, हर अमृतसर नाता। मैल गए मन निर्मल हुआ, अमृतसर तीर्थ नाए। 70 दोए परे अमृतसर, बेख को मार कढ़ावो। नामदेव जी का। गुर अमृतसर में बुलाया, सब लाते किलो पंग, राम हर अमृतसर नावारे। सतगुर ज्ञान भजन है नीको, नीको मेल कसम पाप अवतारे रहो। बेखिया मल जाए अमृतसर नावो, गुर सर संतोख पाया, गुर सर संतोख पाया। काया अंदर अमृतसर साचा, मन पीवे पाए सुभाई है। लाहौर शहर अमृतसर सिफती ना कर। ये 12 की बदीक है। इस वास्ते राम सर सरोवर की महानता, ਜਦੋਂ ਸਿੱਖਾਂ ਦਾ ਰਾਜ ਹੈ ਮਿਸਲਾਂ ਦਾ, ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਪੁਰਾਤਨ ਮਰਜ਼ਾਦਾ ਪ੍ਰਕਾਸ਼ ਹੁੰਦੇ ਸੀ। ਅਤੇ ਇਸੇ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਨੇ ਵਰਤਮਾਨ ਸਮੇਂ ਵੀ ਪ੍ਰਚਲਿਤ ਮਰਜ਼ਾਦਾ ਮਹਾਰਾਜ ਰਣਜੀਤ ਸਿੰਘ ਗਿਆਨੀ ਸੰਤ ਸਿੰਘ ਵਿਦਵਾਨਾਂ ਦੀ ਸਲਾਹ ਨਾਲ ਚਲਾਈ। ਹਰਿਮੰਦਰ ਸਾਹਿਬ ਰਾਤ ਦਿਨ ਗੁਰਬਾਣੀ ਦਾ ਕੀਰਤਨ ਪਾਠ ਹੁੰਦਾ, ਕਿਉਂਕਿ ਪਹਿਲਾਂ ਭਾਈ ਮਨੀ ਸਿੰਘ ਸਾਹਿਬ ਜੋ ਗੁਰੂ ਅਰਜਨ ਸਿੰਘ ਮਰਜ਼ਾਦਾ ਹੀ ਚਲਾਉਂਦੇ ਰਹੇ, ਫਿਰ ਗਿਆਨੀ ਸੰਤ ਸਿੰਘ ਗੁਰਬਾਣੀ ਦਾ ਪਾਠ ਕੀਰਤਨ ਸੱਚਮੁੱਚ ਇਹ ਕਹਿੰਦੇ ਨੂੰ ਅੰਮ੍ਰਿਤ ਦਾ ਸਰੋਵਰ ਬਣਾਤਾ। ਮਾਈ ਭਾਈ ਜਿਹੜੇ ਸ਼ਰਧਾ ਨਾਲ ਇਸ਼ਨਾਨ ਕਰਦੇ ਆ, ਉਹਨਾਂ ਦੇ ਮਨ ਬਾਣੀ ਸਰੀਰ ਦੇ ਰੋਗ ਦੂਰ ਹੁੰਦੇ ਹਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਰਉਪਕਾਰ, ਪਹਿਲਾ ਹਰਿਮੰਦਰ ਔਰ ਅੰਮ੍ਰਿਤਸਰ ਸਰੋਵਰ। ਇਹ ਰਾਮਦਾਸ ਸਰੋਵਰ ਵਸਾ ਕੇ ਫਿਰ ਹਰਿਮੰਦਰ ਸਾਹਿਬ ਸ਼੍ਰੋਮਣੀ ਤੀਰਥ ਜਿਹੜਾ ਅੰਮ੍ਰਿਤ ਸਰੋਵਰ ਦੀ ਸਥਾਪਨਾ ਕੀਤੀ। ਇਹਨਾਂ ਦੋਹਾਂ ਨੂੰ ਸਿੱਖ ਧਰਮ ਦੀਆਂ ਸਮਝੋ ਨੀਆਂ ਹੀ ਕਹਿ ਸਕਦੇ ਹਾਂ। ਦੂਜਾ ਲਾਹੌਰ ਧਰਮਸ਼ਾਲਾ ਬਣਾਉਣੀ, ਚੂਨੇ ਮੰਡੀ ਲਾਹੌਰ 'ਚ ਆਪਣੇ ਘਰ ਵਾਲੇ ਸਥਾਨ 'ਤੇ ਸਿੱਖੀ ਪ੍ਰਚਾਲਿਤ ਧਰਮਸ਼ਾਲਾ ਬਣਾਈ, ਸਿੱਖੀ ਦੀ ਨੀਂਹ ਰੱਖੀ, ਸੰਗਤ ਦਾ ਪ੍ਰਵਾਹ ਚਲਾਇਆ। ਇੱਥੇ ਹੀ ਸੰਗਤਾਂ ਵਾਸਤੇ ਮਹਾਰਾਜ ਨੇ ਖੂਹ ਵੀ ਲਵਾਇਆ। ਤੀਜਾ ਗੁਰੂ ਸਿੱਖੀ ਦਾ ਪ੍ਰਚਾਰ, ਭਾਈ ਗੁਰਦਾਸ ਵਿਦਵਾਨਾਂ ਨੂੰ ਦੂਏ ਇਲਾਕਿਆਂ 'ਚ ਭੇਜਿਆ, ਸ਼ਰਧਾਲੂਆਂ ਨੂੰ ਸਿੱਖੀ ਦਾ ਦਾਨ ਦੇ ਕੇ ਕਲਿਆਣ ਕੀਤੀ। ਚੌਥਾ ਗੁਰਬਾਣੀ ਦੀ ਰਚਨਾ, ਜੀਵਾਂ ਦੇ ਆਧਾਰ ਲਈ 6, 12 ਔਰ 320 ਸ਼ਬਦ, ਸਲੋਕਾਂ, ਪੌੜੀਆਂ, ਛੰਤਾਂ, ਅਸ਼ਟਪਦੀਆਂ, ਅਲਾਣੀਆਂ, ਘੋੜੀਆਂ ਦੇ ਰੂਪ ਵਿੱਚ ਉਚਾਰ ਕੇ ਮਹਾਨ ਪਰਉਪਕਾਰ ਕੀਤੇ। ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਸੂਹੀ ਰਾਗ 'ਚ ਆਪ ਨੇ 4 ਲਾਵਾਂ ਰਚ ਕੇ ਸਿੱਖ ਪੰਥ ਦੀ ਜਿਹੜੀ ਹੈ ਵਿਆਹ ਮਰਜ਼ਾਦਾ ਆਨੰਦ ਕਾਰੇ ਦੀ ਕਾਇਮ ਕੀਤੀ। ਆਪ ਦਾ ਆਦੇਸ਼ ਕੀ ਸੀ? ਗੁਰੂ ਕਿਆਂ ਸੰਗਤਾਂ ਨੂੰ ਉਪਦੇਸ਼ ਦੇਣਾ, ਹਉਮੈ ਦਾ ਤਿਆਗ ਕਰੋ, ਭਾਣਾ ਮੰਨੋ, ਨਾਮ ਸਿਮਰਨ ਕਰਨਾ, ਧਰਮ ਦੀ ਕਿਰਤ ਕਰਕੇ ਵੰਡ ਛਕਣਾ, ਲੋੜਵੰਦਾਂ ਦੀ ਅੰਨ ਵਸਤਰ ਜਥਾਯੋਗ ਸੇਵਾ ਕਰਨੀ, ਧਰਮਸ਼ਾਲਾ ਬਣਾ ਕੇ ਸੰਗਤ ਦੇ ਜੋੜ ਮੇਲੇ ਕਰਨੇ। ਯਾਤਰਾ ਸਨਾਪ ਜੀ ਬਹੁਤਾ ਸਮਾਂ ਸੇਵਾ 'ਚ ਰਹੇ, ਬਹੁਤੀ ਯਾਤਰਾ ਨਹੀਂ ਕੀਤੀ। ਲਾਹੌਰ, ਬਾਸਰ ਕੇ ਗੋਂਦਵਾਲ, ਅੰਮ੍ਰਿਤਸਰ ਇਹਨਾਂ ਇਲਾਕਿਆਂ 'ਚ ਵਿਚਰਦੇ ਰਹੇ। ਆਪ ਜੀ ਦਾ ਜੋਤੀ ਜੋਤ ਸਮੂਣਾ, ਆਪ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਸਾਰੇ ਸਿੱਖਾਂ ਪੁੱਤਰਾਂ ਦੀ ਪਰਖ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਜੋਗ ਜਾਣ ਕੇ ਆਪਣੀ ਗੁਰਤਾਗਦੀ ਤੇ ਸਥਾਪਨਾ ਕੀਤਾ। ਆਪ ਜੀ ਭਾਦੋਂ ਸੁਦੀ ਤੀਜ ਅੱਸੂ 2 ਸੰਮਤ 1638 ਨੂੰ ਗੋਂਦਵਾਲ ਸਾਹਿਬ ਜੋਤੀ ਜੋਤ ਸਮਾ ਗਏ। ਆਪ ਜੀ ਦੀ ਸਾਰੀ ਉਮਰ ਗੁਰਤਾ ਪਦ ਗੁਰੂ ਜੀ ਨੇ ਕੁੱਲ 46 ਵਰੇ 11 ਮਹੀਨੇ 7 ਦਿਨ ਸੰਸਾਰ 'ਤੇ ਕਿਰਪਾ ਕੀਤੀ, ਜਿਹਦੇ ਵਿੱਚੋਂ 6 ਸਾਲ 11 ਮਹੀਨੇ 19 ਦਿਨ ਗੁਰਤਾ ਗੱਦੀ ਕੀਤੀ। ਆਪ ਜੀ ਦੀ ਗੱਦੀ ਸਮੇਂ ਦਿੱਲੀ ਦੇ ਤਖ਼ਤ 'ਤੇ ਮੁਲਕ ਦਾ ਬਾਦਸ਼ਾਹ ਅਕਬਰ ਰਾਜ ਕਰਦਾ ਸੀ। ਆਪ ਜੀ ਦੀ ਮਹਿਮਾ, ਮਨਸਾ ਕਰ ਸਮਰੰਤ ਤੁਝੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣਮ, ਬਾਚਾ ਹਰ ਸਮਰੰਤ ਤੁਝੈ ਤਿਨ ਦੁਖ ਦਾਰਿਦਰ ਮਿਟਿਓ ਜੋ ਖਿਣਮ, ਕਰਮ ਕਰ ਤੋਏ ਦਰਸ ਪਰਸ ਪਾਰਸ ਸਰਵਲ ਪਟ ਜਸ ਗਾਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ। ਇਸ ਵਈਆਂ 'ਚ ਮਹਾਰਾਜ ਦੀ ਮਹਿਮਾ 'ਚ ਪੱਟਾਂ ਨੇ ਸ਼ਬਦ ਉਚਾਰਿਆ।
ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਲੌਕਿਕ ਜੀਵਨ ਹੈ। ਆਪ ਜੀ ਦਾ ਅਵਤਾਰ 19 ਵਿਸਾਖ ਸੰਮਤ 1620 ਨੂੰ ਹੋਇਆ। ਗੁਰਤਗ ਦੀ 20 ਅੱਸੂ ਸੰਮਤ 1635 ਜੋਤੀਜੋ ਸਮਾਏ ਜੇਠ ਸੁਦੀ 4 ਸੰਮਤ 1663 ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ। ਇਸ ਵਈਆਂ 'ਚ ਮਹਿਮਾ ਹੈਗੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਪੰਥ ਦੇ 5ਵੇਂ ਸਤਿਗੁਰੂ ਜੀ ਹਨ। ਆਪ ਜੀ ਦੇ ਮਾਤਾ ਪਿਤਾ, ਅਵਤਾਰ ਦਿਨ, ਜਨਮ ਸਥਾਨ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ 19 ਵਿਸਾਖ ਬਦੀ 7 ਸੰਮਤ 1620 ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੇ ਘਰ ਗੋਇੰਦਵਾਲ ਸਾਹਿਬ ਆਪ ਜੀ ਦਾ ਅਵਤਰਨ ਹੋਇਆ। ਵਿਆਹ ਸਤਿਗੁਰੂ ਦਾ ਵਿਆਹ 23 ਹਾੜ ਸੰਮਤ 1636 ਨੂੰ ਸ਼੍ਰੀ ਕ੍ਰਿਸ਼ਨ ਚੰਦ ਪਿੰਡ ਮੌ ਜ਼ਿਲ੍ਹਾ ਜਲੰਧਰ ਉਹਨਾਂ ਦੀ ਸਪੁੱਤਰੀ ਸ਼੍ਰੀ ਗੰਗਾ ਦੇਵੀ ਨਾਲ ਹੋਇਆ। ਸੰਤਾਨ ਆਪ ਜੀ ਦੇ ਘਰ ਯੋਧੇ ਸਾਹਿਬਜ਼ਾਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 21 ਹਾੜ ਬਦੀ 6 ਸੰਮਤ 1652 ਸੰਨ 1595 ਜੂਨ 14 ਨੂੰ ਪਿੰਡ ਬਡਾਲੀ ਸ਼ਹਿਰਟਾ ਸ੍ਰੀ ਅੰਮ੍ਰਿਤਸਰ ਸਾਹਿਬ ਆਪ ਜੀ ਅਵਤਰੇ। ਆਗਿਆ ਪਾਲਣ ਦਾ ਸਤਿਗੁਰ ਸੱਚੇ ਪਾਤਸ਼ਾਹ ਮਾਤਾ ਦੇ ਆਗਿਆ 'ਚ ਰਹਿ ਖੁਸ਼ ਰਹਿੰਦੇ ਸੀ। ਦੋਹਾਂ ਵੱਡੇ ਭਾਈਆਂ ਨੇ ਆਪਣੇ ਤਾਏ ਸਾਰੀ ਮਲ ਲੜ ਕੇ ਸ਼ਾਦੀ ਲਾਹੌਰ ਜਾਣ ਤੋਂ ਨਾ ਕਰਤੀ। ਆਪ ਜੀ ਗੁਰੂ ਪਿਤਾ ਹੁਕਮਾਂ ਨੂੰ ਲਾਹੌਰ ਗਏ। ਉਦੋਂ ਤੱਕ ਵਾਪਸ ਨਾ ਆਏ ਜਦ ਤੱਕ ਬਾਬਾ ਬੁੱਢਾ ਜੀ ਨੂੰ ਭੇਜ ਕੇ ਆਪ ਜੀ ਨੇ ਲਾਹੌਰ ਤੋਂ ਨਾਮ ਬੁਲਾਇਆ। ਲਾਹੌਰ 'ਚ ਰਹਿੰਦਿਆਂ ਸਿੱਖੀ ਦਾ ਪ੍ਰਚਾਰ ਸੰਗਤਾਂ ਨੂੰ ਹਮੇਸ਼ਾ ਉਪਦੇਸ਼ ਦੇ ਕੇ ਕਲਿਆਣ ਕਰਦੇ ਰਹੇ। ਇੱਥੇ ਵਰਦਵਾਨ ਸਜਾਉਂਦੇ ਅਤੇ ਉੱਥੇ ਗੁਰਦੁਆਰਾ ਜੋ ਦੀਵਾਨ ਖਾਨਾ ਚੂਨੇ ਮੰਡੀ ਲਾਹੌਰ 'ਚ ਪ੍ਰਸਿੱਧ ਹੈ। ਚੂਨੇ ਮੰਡੀ ਜਨਮ ਸਥਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਅਵਤਾਰ ਸਥਾਨ ਦੇ ਨੇੜੇ। ਲਾਹੌਰ ਤੋਂ ਫਿਰ ਆਪਣੇ ਸ਼ਬਦ ਦੇ ਬੰਦ ਲਿਖ ਕੇ ਭੇਜੇ। ਜਦੋਂ ਚਿਰ ਹੋ ਗਿਆ ਤੇ ਫਿਰ ਆਪਣੇ ਪਿਤਾ ਸਤਿਗੁਰੂ ਜੀ ਨੂੰ ਸੇਵਾ 'ਚ 3 ਬੰਦ ਸ਼ਬਦ ਦੇ ਮਾਝ ਰਾਗ 'ਚ ਭੇਜੇ ਤੇ ਇਹਦੇ ਵਿੱਚ ਬੜੀ ਪਿਆਰ ਦੀ ਤੜਫ ਹੈਗੀ ਹੈ। ਫੁੱਟ ਫੁੱਟ ਕੇ ਪਿਆਰ ਨਿਕਲਦਾ ਹੈ। ਪਹਿਲਾ ਬੰਦ ਸੀ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਬਿਲਪ ਕਰੇ ਚਾਤਰ ਕੀ ਨਿਆਈ ਤੇਰੇ ਖਾਨ ਉਤਰੇ ਸੰਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋਂ ਕੋਲੀ ਜੋ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਰਾਮ ਦੂਸਰਾ ਤੇਰਾ ਮੁਖ ਸੁਹਾਵਾ ਜੀਓ ਸਹਿਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਖ ਜਹਾਂ ਤੁਮ ਵਸਿਆ ਮੇਰੇ ਸੱਜਣ ਵੀ ਤੁਮਰਾਰੇ ਜੀਓ ਹੋਂ ਕੋਲ ਕਮਾਈ ਗੁਰੂ ਸੱਜਣ ਵੀ ਤੁਮਰਾਰੇ ਜੀਓ। ਰਾਮ ਤੀਸਰਾ ਜਿਆਦੇ ਦੂਜੇ ਬੰਦ ਦਾ ਵੀ ਕੋਈ ਉੱਤਰ ਨਾ ਆਇਆ। ਫਿਰ ਹੋਰ ਸਮਾਂ ਉਡੀਕ ਕੇ ਤੀਸਰਾ ਲਿਖਿਆ ਇਹ ਘੜੀ ਨਾ ਮਿਲਤੇ ਤਾਂ ਕਲ ਜੋ ਹੋਤਾ ਹੁਣ ਕਦ ਮਿਲੀ ਹੈ ਫਿਰਿਆ ਤੁਧ ਭਗਵੰਤਾ ਉਹ ਰਹਿਣ ਨਾ ਵਿਆਹਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹੋਂ ਕੋਲੀ ਜਿਓ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਓ ਰਹਾਓ। ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਇਹ ਸ਼ਬਦ ਮਿਲਿਆ ਤੇ ਪਹਿਲੇ ਅੰਕ ਦੇਖੇ ਕਿ ਪਿਆਰੇ ਸਪੁੱਤਰ ਨੇ ਵਿਛੋੜੇ ਦੇ ਬਾਣਾਂ ਨਾਲ ਕਿਸ ਤਰ੍ਹਾਂ ਬਿੰਨਿਆ ਗਿਆ, ਨੇਤਰਾਂ ਜਲ ਪਾਇਆ, ਪ੍ਰੇਮ ਦੇ ਹੱਡ ਨਾਲ ਗਲਾ ਜਿਹੜਾ ਬੋਲਣ ਤੋਂ ਰੋ ਗਿਆ। ਫਿਰ ਗੁਰਤਗ ਦੀ ਵਾਰ ਲਾਹੌਰ ਤੋਂ ਵਾਪਸ ਬੁਲਾ ਲਿਆ। ਬਸ ਫਿਰ ਮਹਾਰਾਜ ਨੇ ਪ੍ਰੇਮ ਦੇ ਹੱਡ ਨਾਲ ਰੁਕੇ ਗਲੇ ਨੂੰ ਅੱਖਾਂ ਨੇ ਸਾਫ਼ ਕਰਕੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਭਜਨ ਕੀਤਾ। ਜਿਹਨੂੰ ਸਾਡੇ ਦਰਸ਼ਨ ਦੀ ਇੱਛਾ ਆ, ਜਿਹੜਾ ਆਗਿਆ ਪਾਲਣ ਕਰਦਾ ਉਹ ਗੁਰਤਗ ਦੀ ਦਾ ਭਾਰ ਚੁੱਕ ਸਕਦਾ। ਜਿਹਦੇ ਮਨ 'ਚ ਹੰਕਾਰ ਨਹੀਂ, ਨਿਮਰਤਾ ਆ, ਹਜ਼ਾਰ ਵਸਤੂ ਨੂੰ ਜਰ ਸਕਦਾ। ਸੰਗਤਾਂ ਨੂੰ ਇਸ ਤਰ੍ਹਾਂ ਵਿਚਾਰ ਪ੍ਰਗਟ ਕਰਕੇ ਸ਼੍ਰੀ ਗੁਰੂ ਰਾਮਦਾਸ ਨੂੰ ਗੁਰੂ ਅਰਜਨ ਸਿੰਘ ਲਿਆਉਣ ਲਈ ਬਾਬਾ ਬੁੱਢਾ ਨੂੰ ਲਾਹੌਰ ਭੇਜਿਆ। ਉਹ ਲਾਹੌਰ ਜਾ ਕੇ ਸਾਰੇ ਵਿਚਾਰ ਦੱਸੇ ਅਤੇ ਫਿਰ ਬੁਲਾ ਲਿਆ। ਅਤੇ ਫਿਰ ਮਹਾਰਾਜ ਨੇ ਕਿਹਾ ਹੁਣ ਚੌਥਾ ਪਦ ਜਿਹੜਾ ਉਹ ਵੀ ਪੂਰਾ ਕਰੋ। ਫਿਰ ਆਪ ਜੀ ਨੇ ਭਾਗ ਹੁਆ ਗੁਰ ਸੰਤ ਮਿਲਾਇਆ ਪ੍ਰਭੂ ਨਸੀ ਕਰ ਮਹਿ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ
ਹੋਂ ਕੋਲੀ ਜੋ ਕੋਲ ਕਮਾਈ ਜਾਂ ਨਾਨਕ ਦਾਸ ਤੁਮਾਰੇ ਜੀਓ ਰਾਹੋ। ਇਹਦੇ ਨਾਲ ਸ਼ਬਦ ਦੇ ਚਾਰੇ ਪਾਦ ਪੂਰੇ ਹੋਏ। ਇਹਦੇ ਨਾਲ ਫਿਰ ਨਾਨਕ ਨਾਂ ਦੀ ਮੋਹਰ ਛਾਪ ਲਾਈ ਹੈ ਆਖਰੀ ਪੌੜੀ 'ਚ। 3 ਪਦਾਂ ਨਾਲ ਨਹੀਂ ਲਾਈ, ਕਿਉਂਕਿ ਉਦੋਂ ਆਪ ਗੁਰੂ ਨਾਨਕ ਦੀ ਗੱਦੀ 'ਤੇ ਵਿਰਾਜਮਾਨ ਨਹੀਂ ਸੀ। ਇਹ 4 ਪਦਾਂ ਸੰਪੂਰਨ ਸ਼ਬਦ ਜਿਹੜਾ ਰਾਗ ਮਾਝ ਮਹੱਲਾ 5ਵਾਂ ਦੇ ਸਰਲੇਖ ਹੇਠਾਂ ਔਰ ਪੰਨੇ 96 ਤੇ ਸ਼ਬਦ ਹਜ਼ਾਰੇ ਦੇ ਨਾਲ ਇਹ ਪ੍ਰਸਿੱਧ ਸ਼ਬਦ ਹੈਗਾ। ਫਿਰ ਗੁਰਤਾ ਗੱਦੀ ਪ੍ਰਾਪਤੀ ਧੰਨ ਧੰਨ ਸਾਹਿਬ ਸ਼੍ਰੀ ਰਾਮਦਾਸ ਜੀ ਮਹਾਰਾਜ ਨੇ ਇਹਨਾਂ ਸ਼ਰਧਾ ਭਗਤੀ ਦੇਖ ਕੇ ਬੜੇ ਖੁਸ਼ ਹੋਏ। ਆਗਿਆਕਾਰੀ ਹੋਣ ਕਰਕੇ ਗੁਰਤਾ ਗੱਦੀ ਵਾਸਤੇ ਯੋਗ ਸਮਝ ਕੇ ਆਪਣੇ ਥਾਂ ਗੁਰੂ ਸਥਾਪਨ ਕੀਤਾ। ਧੰਨ ਗੁਰੂ ਅਰਜਨ ਸਾਹਿਬ ਭਾਦੋਂ ਸੁਦੀ 1 ਮੱਸੂ 20 ਸੰਮਤ 1635 ਸਨ ਈਸਵੀ 1578 ਸਤੰਬਰ ਦੀ 1 ਤਰੀਕ ਨੂੰ ਗੁਰਤਾ ਗੱਦੀ ਦੇ ਵਿਰਾਜਮਾਨ ਹੋਏ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਿਰ ਜੋਤੀ ਜੋਤ ਸਮਾਉਣਾ। ਦੂਜੇ ਦਿਨ ਗੁਰੂ ਰਾਮਦਾਸ ਜੀ ਕੁਝ ਰਾਤ ਰਹਿੰਦਿਆਂ ਆਪਣੇ ਨਾਲ ਧੰਨ ਗੁਰੂ ਅਰਜਨ ਸਾਹਿਬ ਬੀਬੀ ਭਾਨੀ ਕੁਝ ਸੇਵਕਾਂ ਲੈ ਗੋਂਦਵਾਲ ਚਲੇ ਗਏ। ਇੱਥੇ ਪਹੁੰਚ ਕੇ ਦੂਏ ਦਿਨ ਭਾਦੋਂ ਸੁਦੀ ਤੀਜ ਨੂੰ ਆਪ ਜੋਤੀ ਜੋਤ ਸਮਾ ਗਏ। ਸਤਿਗੁਰਾਂ ਦੀ ਰੋਜ਼ ਦੀ ਕਿਰਿਆ ਧੰਨ ਗੁਰੂ ਅਰਜਨ ਸਾਹਿਬ ਗੱਦੀ 'ਤੇ ਬਿਠਾ ਕੇ ਪਹਿਰ ਰਾਤ ਦੇ ਤੜਕੇ ਉੱਠ ਕੇ ਸੌ ਇਸ਼ਨਾਨ ਕਰਨ ਤੋਂ ਬਾਅਦ ਨਾਮ ਸੰਗ ਜੁੜਦੇ ਸੀ। ਦਿਨ ਛੜੇ ਦੀਵਾਨ ਲਾ ਕੇ ਰਬਾਬਿਆਂ ਦਾ ਕੀਰਤਨ ਸੁਣਦੇ, ਸਿੱਖ ਸੰਗਤਾਂ ਨੂੰ ਨਾਮ ਸਿਮਰਨ ਹਾਂਜੀ ਧਰਮ ਦਾ ਉਪਦੇਸ਼ ਕਰਦੇ। ਦੁਪਹਿਰੇ ਵਿਸ਼ਰਾਮ ਕਰ ਤੀਜੇ ਫਿਰ ਦੀਵਾਨ ਸਜਾ ਕੇ ਦਰਸ਼ਨ ਬਖਸ਼ਦੇ, ਮਨ ਦੀਆਂ ਕਾਮਨਾ ਪੂਰੀਆਂ ਕਰਕੇ ਨਿਹਾਲ ਕਰਦੇ। ਰਾਮਸਰ ਸਰੋਵਰ ਹਰਿਮੰਦਰ ਸਾਹਿਬ ਸੰਤੋਖ ਸਾਰੀ ਸੇਵਾ ਧੰਨ ਗੁਰੂ ਅਰਜਨ ਸਾਹਿਬ ਨੇ ਉਸ ਦੁੱਖ ਭੰਜਨੀ ਬੇਰੀ ਵਾਲੇ ਸਰੋਵਰ ਜਿਹਨੂੰ ਗੁਰੂ ਰਾਮਦਾਸ ਨੇ ਆਰੰਭ ਕੀਤਾ ਸੀ, ਪੂਰੀ ਤੌਰ 'ਤੇ ਖੁਦਵਾਈ ਕਰਾ ਕੇ ਸੰਮਤ 1634 ਨੂੰ ਪੱਕਾ ਕਰਨਾ ਆਰੰਭਿਆ। ਸੰਮਤ 1645 ਸੰਪੂਰਨ ਕਰਕੇ ਇਹਦਾ ਨਾਮ ਰਾਮਦਾਸ ਸਰੋਵਰ ਰੱਖਿਆ। ਅਤੇ ਉਪਰੰਤ ਫਿਰ ਸੰਮਤ 1645 ਸੰਤੋਖ ਸਰ ਸਰੋਵਰ ਦੀ ਪੂਰੀ ਪਟਵਾਈ ਕਰਕੇ ਪੱਕਾ ਕੀਤਾ। ਮਾਘ ਸੰਮਤ 1645 ਗੁਰੂ ਮਹਾਰਾਜ ਨੇ ਰਾਮਦਾਸ ਸਰੋਵਰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਤਰਨਤਾਰਨ ਸਰੋਵਰ ਤੇ ਨਗਰ ਦੀ ਰਚਨਾ। ਫਿਰ ਕੋਈ ਪ੍ਰੇਮੀਆਂ ਦੇ ਪ੍ਰੇਮ ਕਰਕੇ ਇੱਕ ਵੀਰ ਸਤਿਗੁਰੂ ਸੱਚੇ ਪਾਤਸ਼ਾਹ ਖਾਰੇ ਪਿੰਡ ਆਏ। ਇਲਾਕੇ ਦੇ ਹਾਂਜੀ ਪ੍ਰੇਮੀਆਂ ਦੀ ਇੱਛਾ ਨਾਲ ਖਾਰੇ ਤੋਂ ਦੱਖਣ ਦਿਸ਼ਾ 4 ਮੀਲ ਦੂਰ 17 ਵਿਸਾਖ ਸੰਮਤ 1647 ਨੂੰ ਨਗਰ ਦੀ ਮੋੜੀ ਕੱਢ ਕੇ ਸਰੋਵਰ ਦਾ ਨੀਂਹ ਦਾ ਟੱਪਾ ਲਾਇਆ। ਨਗਰ ਦਾ ਨਾਮ ਤਰਨਤਾਰਨ ਰੱਖਿਆ। ਔਰ ਉਪਰੰਤ ਫਿਰ ਜਿਹੜਾ ਫਤਿਆਬਾਦ ਦਾ ਹਾਕਮ ਅਬਦੁਲ ਵਜੀਦ ਖਾਨ ਨੇ ਗੁਰੂ ਜੀ ਨੇ ਨਗਰ ਦੀ ਮਾਲਕੀ ਦੀ ਸੰਦ ਲਿਖ ਦਿੱਤੀ ਅਤੇ ਇਹਦੀ ਉਸਾਰੀ ਵਾਸਤੇ ਗੁਰੂ ਮਹਾਰਾਜ ਨੇ ਪੱਕੀਆਂ ਇੱਟਾਂ ਦੇ ਆਵੇ ਚੜਾਏ, ਇੱਟਾਂ ਤਿਆਰ ਕਰਾਈਆਂ। ਇਸ ਇਲਾਕੇ ਦਾ ਹਾਕਮ ਨੂਰਦੀਨ ਦਾ ਜਿਹੜਾ ਪੁੱਤ ਸੀ ਹਾਂਜੀ ਅਮਰਦੀਨ ਨੂੰ ਹੁਣ ਮਹਾਰਾਜ ਨੇ ਇੱਟਾਂ ਜਬਰੀ ਚੁੱਕ ਕੇ ਆਪਣੀ ਜਿਹੜੀ ਨੂਰ ਦੀ ਸਰਾਂ ਨੂੰ ਲਾ ਲਈਆਂ। ਅਤੇ ਗੁਰੂ ਮਹਾਰਾਜ ਨੇ ਇਹਦਾ ਧੱਕਾ ਵਤੀਰਾ ਦੇਖ ਕੇ ਸਰੋਵਰ ਦੀ ਸੇਵਾ ਛੱਡ ਕੇ ਚਲੇ ਗਏ। ਪਿੱਛੋਂ ਸਰੋਵਰ ਦੇ 2 ਪਾਸੇ ਸੰਮਤ 1823 ਸਰਦਾਰ ਜੱਸਾ ਸਿੰਘ ਨੇ ਪੱਕਿਆ ਕਰਾਇਆ। ਦੂਜੇ 2 ਪਾਸੇ ਮਹਾਰਾਜਾ ਰਣਜੀਤ ਸਿੰਘ ਨੇ। ਉਪਰਾਂਦੀ ਦੀ ਪਰਿਕਰਮਾ ਫਿਰ ਕੰਵਰ ਨੂੰ ਨਿਹਾਲ ਸਿੰਘ ਨੇ ਪੱਕੀ ਕਰਾਈ। ਇੱਕ ਕੋਨੇ ਉੱਤੇ ਕੂਚਾ ਬੁਰਜ ਬਣਾਇਆ ਜਿਹੜਾ ਅੱਜ ਵੀ ਹੈ ਪਿੰਡ ਖਾਰੇ, ਜਿੱਥੇ ਗੁਰੂ ਵਿਸ਼ਰਾਮ ਕੀਤਾ ਸੀ ਮਹਾਰਾਜ ਨੇ। ਉੱਥੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ। ਫਿਰ ਕਰਤਾਰਪੁਰ ਦੀ ਰਚਨਾ। ਤਰਨਤਾਰਨ ਤੋਂ ਗੁਰੂ ਮਹਾਰਾਜ ਡੱਲੇ ਪਿੰਡ ਦੇ ਸਿੱਖਾਂ ਦੇ ਪ੍ਰੇਮ ਕਰਕੇ ਬਿਆਸਾ ਨਦੀ ਲੰਘ ਕੇ ਡੱਲੇ ਗਏ। ਜਲੰਧਰ ਦਾ ਹਾਕਮ ਅਜੀਮ ਖਾਂ ਇਸ ਇਲਾਕੇ ਆਇਆ ਸੀ। ਆਪ ਦੀ ਮਹਿਮਾ ਸੁਣ ਕੇ ਦਰਸ਼ਨ ਲਿਆ। ਆਪਣੇ ਇਲਾਕੇ ਜਲੰਧਰ ਨੇੜੇ ਨਿਵਾਸ ਕਰਨ ਦੀ ਪ੍ਰੇਰਨਾ ਕੀਤੀ। 21 ਮਗਰ ਸੰਮਤ 1651 ਨੂੰ ਆਪ ਜੀ ਨਾਲ ਲੈ ਗਿਆ। ਆਪ ਜੀ ਨਿਵਾਸ ਸਥਾਨ ਮਕਾਨ ਪਵਾ ਤੇ ਉਪਰੰਤ ਨਗਰ ਵਸਾ ਕੇ ਪਾਤਸ਼ਾਹੀ ਦਾ ਨਾਮ ਕਰਤਾਰਪੁਰ ਰੱਖਿਆ। ਇੱਕ ਰਾਵੀ ਤੋਂ ਪਾਰ ਆ ਉਹ ਧੰਨ ਗੁਰੂ ਨਾਨਕ ਸਾਹਿਬ ਨੇ ਨਗਰ ਵਸਾਇਆ। ਇੱਥੇ ਜਗਤ ਮਾਤਾ ਗੰਗਾ ਜੀ ਦੇ ਨਾਮ ਉੱਤੇ ਇੱਕ ਖੂਹ ਲਵਾਇਆ ਜਿਹਦਾ ਨਾਮ ਗੰਗ ਸਾਰਿਆ। ਸਤਿਗੁਰਾਂ ਦੀ ਦੇਸ਼ ਦੀ ਯਾਤਰਾ ਜਿਸ ਤਰ੍ਹਾਂ ਤਰਨਤਾਰਨ ਸੇਵਾ ਛੱਡ ਕੇ ਚਲੇ ਗਏ ਅਤੇ ਇਸੇ ਤਰ੍ਹਾਂ ਪਿੰਡਾਂ ਨਗਰਾਂ ਸੰਗਤਾਂ ਨੂੰ ਮੁਕਤੀ ਬਚਨ ਦੁਆਰਾ ਨਿਹਾਲ ਕਰਦੇ ਸੀ। ਤਰਨਤਾਰਨੋਂ ਖਾਨਪੁਰ ਪਏ ਹਿੰਮੇ ਦੀ ਝੌਂਪੜੀ ਰਾਤ ਟਿਕੇ। ਹਿੰਮੇ ਨੂੰ ਸਤਿਕਾਰ ਦਿੱਤਾ।
खानपुर भैणी गए। एक माई ने बड़े प्रेम ने चूरी कुट के खाई। मारे ने वो चूरी नूं चोला कहंदे आ। पिंड दा नाम भैणी तो चोला साहब रखिया। चोले दा सरियाली खडूर साहब राते गोंदवाल बाबा मोहन जी बाबा मोहरी जी अपने मामिਆਂ कोल गए। गोंदवाल तो डले पिंड फिर दुआबे जलंधर के हाकम बेनती प्रवान कर करतारपुर शहर वसाया। करतारपुर तो नक्के इलाके के प्रेमी बेनती मन के गोंदवाल के राती खेम करन जंबर चूनिया पिंडियां संगतां नूं नाम बनदा प्रदेश कर लाहौर पहुंचे। लाहौर डब्बी बाजार विच संगतां दे इशनान लई एक बड़ी सुंदर बौली लाई। नाले सत्संग लई धर्मशाला बनाई। पाकिस्तान बन तो पहलां ਇਹਦੀ ਜਾਇਦਾਦ ਕਰਤਾਰਪੁਰ ਸੋਢੀ ਸਾਹਿਬਾਂ ਦੇ ਅਧੀਨ ਸੀ। ਲਾਹੌਰ ਤੋਂ ਦਰਿਆ ਰਾਵੀ ਦੇ ਨਾਲ ਡੇਰਾ ਬਾਬਾ ਨਾਨਕ ਕਰਤਾਰਪੁਰ ਦਰਸ਼ਨ ਕਰਕੇ ਬਾਬਾ ਸਿੰਘ ਨੇ ਦਰਸ਼ਨ ਕਰਕੇ ਪਿੰਡ ਵਾਟ ਗਏ। ਬਾਬਾ ਸਿੰਘ ਨੇ ਖੁਸ਼ੀਆਂ ਲੈ ਕੇ ਆਪੇ ਅੰਮ੍ਰਿਤਸਰ ਆਏ। ਬਡਾਲੀ ਨਿਵਾਸ ਸੂਲੀ ਖਾਨ ਦੀ ਦਿੱਲੀ ਤੋਂ ਚੜ੍ਹਾਈ ਸੁਣ ਕੇ ਸਤਿਗੁਰੂ ਅੰਮ੍ਰਿਤਸਰ ਬਡਾਲੀ ਚਲੇ ਗਏ। ਉੱਥੇ ਲਗਭਗ ਹਾਂਜੀ ਆਪਣੇ 2-3 ਸਾਲ ਦੇ ਦਰਮਿਆਨ ਰਹੇ। ਇਸ ਪਿੰਡ ਸਾਹਿਬਜ਼ਾਦਾ ਧੰਨ ਧੰਨ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ 21 ਹਾੜ ਸੰਮਤ 1652 ਨੂੰ ਅਵਤਾਰ ਹੋਇਆ। ਸਾਹਿਬਜ਼ਾਦੇ ਦੇ ਵਿਆਹ ਦੀ ਖੁਸ਼ੀ ਇੱਥੇ ਮਹਾਰਾਜ ਨੇ ਖੂਹ ਲਵਾਇਆ। ਖੇਤੀਆਂ ਨੂੰ ਸਿੰਜਣ ਲਈ 6 ਟਿੰਡਾਂ ਦੀਆਂ 6 ਮਾਲਾਂ ਵਾਲਾ ਖੂਹ ਬਣਾਇਆ। ਤਾਂ ਸ਼ਰਟਾਂ 6 ਮਾਲਾਂ ਸੀ, 6 ਹਲਟ ਚੱਲਦੇ ਸੀ। ਇਸ ਨਾਮ ਤੇ ਬਸੂ ਦਾ ਨਾਮ ਸ਼ਰਟਾ ਹੋ ਗਿਆ। ਛਾਟਾ ਖੂਹ ਨੂੰ ਚਾਲੂ ਕਰਕੇ ਬਚਨ ਕੀਤਾ ਕਿ ਸਾਹਿਬਜ਼ਾਦੇ ਦੀ ਜਨਮ ਅਵਤਾਰ ਦੀ ਖੁਸ਼ੀ ਲਵਾਇਆ। ਜਿਨ੍ਹਾਂ ਨੂੰ ਸੰਤਾਨ ਦੀ ਇੱਛਾ ਹੋਵੇ ਜਿਹੜਾ ਬੀਬੀਆਂ ਇੱਥੇ ਇਸ਼ਨਾਨ ਕਰਨਗੀਆਂ ਉਹਨਾਂ ਦੀ ਮਨੋਕਾਮਨਾ ਪੂਰੀ ਹੋਵੇਗੀ। ਛਾਟੇ ਖੂਹ ਨੂੰ ਭਰ ਦਿੱਤਾ। ਬਹੁਤੀਆਂ ਮਾਈਆਂ ਦੇ ਜਿਹਨੇ ਬੱਚੇ 18 ਨਾ ਗੁਜ਼ਰ ਜਾਂਦੇ ਸੀ ਜਾਂ ਪੈਦਾ ਨਾ ਸੁਣਦੇ ਹਰ ਪੰਜਵੀਂ ਇਸ਼ਨਾਨ ਕਰਦੀਆਂ ਮਹਾਰਾਜ ਨੇ ਭਾਵਨਾ ਪੂਰੀ ਕਰਦੇ ਆ। ਇਹ ਸ਼ਰਟੇ ਘੱਟੋ ਘੱਟ 12 ਪੰਜਵੀਆਂ ਲਗਾਤਾਰ ਇਸ਼ਨਾਨ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਫਿਰ ਵਾਪਸ ਮਹਾਰਾਜ ਅੰਮ੍ਰਿਤਸਰ ਆ ਗਏ। ਜਦੋਂ ਸਾਹਿਬਜ਼ਾਦੇ 1.5 ਸਾਲ ਦੇ ਹੋ ਗਏ ਫਿਰ ਮਹਾਰਾਜ ਬਡਾਲੀ ਤੋਂ ਅੰਮ੍ਰਿਤਸਰ ਆ ਗਏ। ਇੱਥੇ ਫਿਰ ਮਹਾਰਾਜ ਨੇ ਸ਼ਬਦ ਵੀ ਉਚਾਰਿਆ ਧੰਨ ਸ੍ਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿਜ ਛੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਤੁਮ ਨਿਸ਼ਚਲ ਰਾਜ ਕਮਾਓ। तुम खरा हो मेरे मीत तुमरे दुखी हर आप नवारे। आपदा पई बतीत राव प्रगट कीने प्रभु करने हारे नासन भजन थाके। कर मंगल बाजे है नित बाजे अपने खसम नवाजे। असर रहो डोलो मत कबहू गुर का सब वचन आधार। जय जय कर सगल भूमंडल मुखू जल दरबार। जिनके जीत नहीं फेरे आपे पै सहाई। अचरज किया करने हारे नानक सच वडियाई। ये फिर ਸਤਿਗੁਰਾਂ ਨੇ ਆਪਣੇ ਮਹਿਲਾਂ 'ਚ ਅੰਮ੍ਰਿਤਸਰ ਆਣ ਕੇ ਗੁਰੂ ਹਰਗੋਬਿੰਦ ਲੋਰੀ ਤੇ ਅਸੀਸ ਵਜੋਂ ਸ਼ਬਦ ਸੁਣਾਇਆ। ਫਿਰ ਪਰਮਾਤਮਾ ਧੰਨਵਾਦ ਕੀਤਾ। ਵਾਲੇ ਇੱਕ ਚੰਦੂ ਆਦਮਾਂ ਦੇ ਚੁੱਕੇ ਸੋਲੀ ਖਾਂ ਦੀ ਲੋ ਚੜ੍ਹ ਕੇ ਆਏ। ਅੰਮ੍ਰਿਤਸਰ ਨੂੰ ਕੱਢਣ ਲਈ ਆ ਰਿਹਾ। ਇਸ ਕਰ ਗੁਰੂ ਨੇ ਦੋਸਤਾਂ ਨੂੰ ਸੁਣੇ ਪਹਿਲਾਂ ਹੀ ਅੰਮ੍ਰਿਤਸਰ ਨੂੰ ਖਾਲੀ ਕਰਕੇ ਬਡਾਲੀ ਪਿੰਡ ਚਲਾ ਗਿਆ। ਸੋਲੀ ਖਾਂ ਦੀ ਲਈ ਤੋਂ ਆਉਂਦਾ ਰਸਤੇ 'ਚ ਆਪਣੇ ਮਿੱਤਰ ਪਿਰਥੀ ਚੰਦ ਕੋਲ ਗੁਰੂ ਕੋਠੇ ਠਹਿਰਿਆ। ਦੂਜੇ ਦਿਨ ਇੱਟਾਂ ਦੇ ਭਾਖਰੇ ਆਵੇ ਵਿੱਚ ਆਵਾ ਦੇਖਣ ਲੱਗਾ। ਘੋੜੇ ਸਮੇਤ ਡਿੱਗ ਕੇ ਉੱਥੇ ਮਰ ਗਿਆ। ਉੱਥੇ ਸ਼ਬਦ ਉਚਾਰਿਆ ਤੁਮਰੇ ਦੁਖੀ ਰਾਪ ਨਵਾਰੇ ਆਫਤਾ ਪਈ ਬਤੀਤ। ਇਹ ਇਸ਼ਾਰਾ ਹੈ ਹੁਣ ਵਿਪਤਾ ਟਲ ਗਈ। ਦੋਖੀਆਂ ਨੂੰ ਆਪੇ ਹੀ ਕਾਬੂ ਕਰ ਲਿਆ। ਮਹਾਰਾਜ ਕਹਿੰਦੇ ਇਸ ਚਾਰਜ ਕਰਨੇ ਹਾਰੇ ਨਾਨਕ ਸੱਚ ਵਡਿਆਈ। ਇਸ ਚਾਰਜ ਕੌਤਕ ਸੋਲੀ ਖਾਂ ਨੂੰ ਇਸ ਤਰ੍ਹਾਂ ਮਰਨ ਵਾਲਾ ਕਰਤਾਰ ਨੇ ਆਪੇ ਕੀਤਾ। ਉਹਦੀ ਆਪਣੀ ਵਡਿਆਈ ਹੈ। ਸੇਵਕਾਂ ਦੀ ਲਾਜ ਰੱਖਦਾ। ਕਹਿੰਦੇ ਇਹ ਮੇਰੇ ਸਾਹਿਬਜ਼ਾਦੇ ਤੁਸੀਂ ਹੁਣ ਖੁਸ਼ੀ ਨਾਲ ਬਸੋ ਰਸੋ ਸੁਖ ਭੋਗੋ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਚਨਾ ਅੰਮ੍ਰਿਤਸਰ ਤੋਂ ਵਾਪਸ ਆਉਣ ਵਾਲੀ ਜਿਹੜੀ ਕਥਾ ਸੰਮਤ 1653 ਦੇ ਅੰਤ ਵਿੱਚ ਇਹ ਹੋਈ ਹੈ। ਬਡਾਲੀ ਤੋਂ ਵਾਪਸ ਆ ਕੇ ਹਰਿਮੰਦਰ ਸਾਹਿਬ ਰਚਨਾ ਸੰਪੂਰਨ ਹੋ ਗਈ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਿਆਣੇ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਹਰਿਮੰਦਰ ਵਿੱਚ ਇਸ਼ਟ ਦਾ ਸਰੂਪ ਸਥਾਪਨ ਕੀਤਾ ਜਾਂਦਾ ਹੈ। ਮੰਦਰਾਂ 'ਚ ਆਪ ਕਿਹੜਾ ਸਰੂਪ ਸਥਾਪਨ ਕਰੋਗੇ? ਕਹਿੰਦੇ ਇੱਥੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਹਰਿਮੰਦਰ ਆ।
ਇਹਦੇ 'ਚ ਗੁਰੂ ਸਾਹਿਬ ਦਾ ਉਪਦੇਸ਼ ਮੇਰੀ ਨਿਰਗੁਣ ਸਰੂਪ ਬਾਣੀ ਦਾ ਨਿਵਾਸ ਕਰਨਾ ਯੋਗ ਹੈ। ਇਸ ਵਾਸਤੇ ਅੱਜ ਸਾਰੇ ਸਿੱਖੀ ਮੰਡਲ ਸਿੱਖਾਂ ਨੂੰ ਹੁਕਮ ਭੇਜੋ, ਜਿਨ੍ਹਾਂ ਕੋਲ ਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਦੀ ਬਾਣੀ ਲਿਖੀ ਹੈ, ਉਹ ਲੈ ਕੇ ਫਿਰ ਸ੍ਰੀ ਅੰਮ੍ਰਿਤਸਰ ਪਹੁੰਚੋ। ਇਸ ਤੋਂ ਬਿਨਾਂ ਕਿਸੇ ਕੋ ਬਾਣੀ ਜ਼ੁਬਾਨੀ ਯਾਦ ਹੋਵੇ, ਉਹ ਵੀ ਲਿਖ ਕੇ ਕਿਸੇ ਪਾਸੇ ਲਿਖਾ ਕੇ ਅੰਮ੍ਰਿਤਸਰ ਭੇਜੋ। ਇਹ ਜਦੋਂ ਹੁਕਮਨਾਮੇ ਗਏ, ਜਿਨ੍ਹਾਂ ਕੋਲ ਲਿਖਤੀ ਬਾਣੀ ਦਾ ਪੋਥੀ ਸੀ ਲੈ ਕੇ ਮਹਾਰਾਜ ਕੋ ਹਾਜ਼ਰ ਹੋਏ। ਫਿਰ ਵੱਡਾ ਗੁਰਬਾਣੀ ਦਾ ਲਿਖਤੀ ਖਰੜਾ ਭਾਈ ਬਖਤਮਲ ਅਰੋੜਾ ਜਲਾਲਪੁਰ ਜ਼ਿਲ੍ਹਾ ਗੁਜਰਾਤ ਵਾਲਾ ਲਿਆਇਆ। ਭਾਈ ਬਖਤੇ ਨੇ 4 ਗੁਰੂ ਸਾਹਿਬ ਬਾਣੀ ਇਕੱਤਰ ਕਰ ਲਿਖੀ ਹੋਈ ਸੀ। ਇਤੋਂ ਮੈਨੂੰ ਗੁਰੂ ਅਮਰਦਾਸ ਜੀ ਔਰ ਪਹਿਲੇ ਗੁਰੂ ਸਾਹਿਬਾਂ ਦੀ ਕੁਝ ਭਗਤਾਂ ਦੀ ਆਪਣੀ ਰਚਨਾ ਆਪਣੇ ਪੋਤਰੇ ਸੰਤ ਰਾਮ ਤੋਂ 2 ਪੋਥੀਆਂ ਲਿਖਾਈ ਸੀ। ਇਹ ਦੋਵੇਂ ਪੋਥੀਆਂ ਇਸ ਸਮੇਂ ਬਾਬਾ ਮੋਹਨ ਜੀ ਕੋਲ ਸੀ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਬੜੀ ਨਿਮਰਤਾ ਨਾਲ ਆਪ ਨੰਗੇ ਪੈਰੇ ਗੋਂਦਵਾਲ ਗਏ, ਪਾਲਕੀ ਸਜਾ ਕੇ ਲਿਆਂਦੀਆਂ। ਪਹਿਲਾਂ ਭਾਵੇਂ ਭਾਈ ਗੁਰਦਾਸ ਬਾਬਾ ਬੁੱਢਾ ਵੀ ਗਏ, ਪਰ ਮੋਹਨ ਜੀ ਦੀ ਸਮਾਧੀ ਨੇ ਸਕੂਲੀ, ਫਿਰ ਮਹਾਰਾਜ ਆਪ ਗਏ। ਇਸ ਤਰ੍ਹਾਂ ਸਾਰੇ ਭਾਵੇਂ ਗੁਰਬਾਣੀ ਜਿਹੜੀ ਸੀ ਮਹਾਰਾਜ ਨੇ ਪ੍ਰਾਪਤ ਕਰਕੇ ਰਾਮਸਰ ਸਰੋਵਰ ਵਾਲੀ ਇਕਾਂਤ ਜਗ੍ਹਾ ਵੇਖ ਕੇ ਤੰਬੂ ਲਾਇਆ। ਭਾਈ ਗੁਰਦਾਸ ਜੀ ਨਾਲ ਲੈ ਕੇ ਆਪਣੀ ਰਚੀ ਬਾਣੀ ਹੋਰ ਸਾਰੀ ਬਾਣੀ ਇਕੱਤਰ ਕੀਤੀ। ਪਹਿਲਾਂ ਸ੍ਰੀ ਰਾਗ ਅਤੇ ਫਿਰ ਹਰ ਰਾਗ ਗੁਰਬਾਣੀ ਨੂੰ ਸ਼ਬਦ ਸ਼ੰਤ ਲਾਹਣੇ ਸੋਲੇ 12 ਤਰਤੀਬ ਵਿੱਚ ਕੀਤਾ। ਭਗਤਾਂ ਦੀ ਬਾਣੀ ਔਰ ਗੁਰੂ ਅਮਰਦਾਸ ਸਾਹਿਬ ਦੀ ਬਾਣੀ 2 ਪੋਥੀਆਂ ਪੋਤਰਿਆਂ ਤੋਂ ਲਿਖਾਈ ਸੀ ਮਹਾਰਾਜ ਨੇ। ਉਹਨਾਂ ਨੂੰ ਰਾਗਾਂ ਵਾਰ ਕਰਕੇ ਸਾਰੀ ਬਾਣੀ ਲਿਖਣ ਦੀ ਤਰਤੀਬ ਬਣਾਈ। ਪੂਰੀ ਤਿਆਰੀ ਤੋਂ ਭਾਈ ਗੁਰਦਾਸ ਸਾਰੀ ਬਾਣੀ ਭਗਤਾਂ ਨੂੰ ਲਿਖਵਾ ਕੇ ਸੰਮਤ 1661 ਵਿੱਚ ਇਹ ਸਾਰਾ ਸੰਗ੍ਰਹਿ ਕਰ ਲਿਆ। ਇਹਦਾ ਨਾਮ ਗੁਰੂ ਜੀ ਨੇ ਪੋਥੀ ਸਾਹਿਬ ਰੱਖਿਆ। ਫਿਰ ਪਹਿਲਾ ਪ੍ਰਕਾਸ਼ ਇਸ ਪੋਥੀ ਗ੍ਰੰਥ ਸਾਹਿਬ ਦਾ ਗੁਰੂ ਜੀ ਨੇ ਹਰਿਮੰਦਰ ਸਾਹਿਬ ਭਾਦਰੋਂ ਸੁਦੀ ਏਕਮ ਸੰਮਤ 1661 ਨੂੰ ਕਰਕੇ ਬਾਬਾ ਬੁੱਢਾ ਜੀ ਨੂੰ ਇਹਨਾਂ ਦੇ ਮੁੱਖ ਗ੍ਰੰਥੀ ਨਿਯਤ ਕੀਤਾ। ਫਿਰ ਰਾਮਸਰ ਸਰੋਵਰ ਰਚਨਾ ਬਾਣੀ ਨੂੰ ਕਤਰ ਲਿਖਾਉਣਾ ਆਰੰਭ ਕਰਨਾ ਪਹਿਲਾਂ ਗੁਰੂ ਨੇ ਇਕਾਂਤਾਂ ਵਾਸਤੇ ਚੁਣੀ ਸੀ। ਉੱਥੇ ਬਿਰਛਾਂ ਝੁੰਡ 'ਚ ਨਿਰਮਲ ਜਲ ਦਾ ਚਸ਼ਮਾ ਸੀ। ਸਾਫ਼ ਕਰਕੇ ਮਹਾਰਾਜ ਨੇ ਜਲ ਦੀ ਇਕੱਤਰਤਾ ਲਈ ਫਿਰ ਡੂੰਘਾ ਕੀਤਾ ਔਰ ਪਾਸ ਤੰਬੂਰ ਵਿੱਚ ਸਾਰੀ ਬਾਣੀ ਲਿਖੀ। ਸਤਿਗੁਰੂ ਦਾ ਨਾਂ ਰਾਮਸਰ ਰੱਖਤਾ, ਕਿਉਂ ਇੱਥੇ ਬੈਠ ਕੇ ਕਈ ਮਹੀਨੇ ਰਾਮ ਦੇ ਗੁਣ ਗਾਏ। ਇਹਦੇ ਕਿਨਾਰੇ ਬੇਰੀ ਹੇਠ ਬਹਿ ਕੇ ਸੁਖਮਨੀ ਸਾਹਿਬ ਹੋਰ ਬੇਅੰਤ ਬਾਣੀਆਂ ਰਚੀਆਂ। ਇਸ ਕਰਕੇ ਇਹਦਾ ਨਾਂ ਰਾਮ ਦਾ ਨਾਮ ਭਰਿਆ ਹੋਇਆ ਸਰੋਵਰ ਰਾਮਸਰ ਨਾਮ ਪ੍ਰਸਿੱਧ ਹੈ। ਬਾਣੀ ਦੀ ਰਚਨਾ ਗੁਰੂ ਮਹਾਰਾਜ ਨੇ ਲੋੜ ਸੋਏ ਪ੍ਰਾਣੀਵਾਦ ਉਪਦੇਸ਼ ਲਈ ਬਹੁਤ ਸਾਰੇ ਬਾਣੀ ਉਚਾਰੀ। ਆਪ ਜੀ ਦੇ ਗੁਰੂ ਗ੍ਰੰਥ ਸਾਹਿਬ 'ਚ 2216 ਸ਼ਬਦ ਸਲੋਕ ਆ ਜੋ ਗੁਰੂ ਗ੍ਰੰਥ ਦਰਜ ਹੈ। ਇਹਨਾਂ 'ਚ ਇੱਕ ਬਾਣੀ ਸੁਖਮਨੀ ਸਾਹਿਬ ਹੈ, ਜਿਹਦੇ ਪਾਠ ਨੂੰ ਬੇਅੰਤ ਪ੍ਰਾਣੀ ਦੀ ਕਲਿਆਣ ਹੋ ਰਹੀ ਹੈ। ਨੇਮ ਨਾਲ ਪਾਠ ਕਰਨ ਵਾਲੇ ਪੁਰਖ ਦਾ ਕੋਈ ਕੰਮ ਅਟਕਿਆ ਨਹੀਂ ਰਹਿੰਦਾ। ਸਭ ਤੇ ਹੋਈ ਤਾਂ ਕਿ ਸੋਭਾ ਬਣੇ, ਨਾਨਕੇ ਗੁਣ ਨਾਮ ਸੁਖ ਮਣੀ। 8 ਪੈਰਾਂ ਦਾ ਜਾਪ ਵੀ ਹੋ ਜਾਂਦਾ, 24,000 ਸਵਾਸ ਸਫਲ ਹੁੰਦੇ ਆ। ਫਿਰ ਅਕਬਰ ਬਾਦਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਨੇ। ਗੁਰੂ ਗ੍ਰੰਥ ਦੀ ਰਚਨਾ ਦੇਖ ਕੇ ਈਰਖਾਵਾਦ ਦੀ ਬਾਹਮਣਾ ਮਲਾਣਿਆਂ ਨੇ ਬੜੀ ਵਿਰੋਧਤਾ ਸ਼ੁਰੂ ਕੀਤੀ। ਅਕਬਰ ਕੋਲ ਸ਼ਿਕਾਇਤਾਂ ਕੀਤੀਆਂ ਕਿ ਹਿੰਦੂ ਮੁਸਲਮਾਨ ਦੋਵਾਂ ਦੇ ਅਵਤਾਰਾਂ ਪੈਗੰਬਰਾਂ ਨੂੰ ਨਿੰਦਿਆ, ਪ੍ਰਚਾਰ ਬੰਦ ਕੀਤਾ ਜਾਏ। ਇਹ ਸ਼ਿਕਾਇਤ ਸੁਣ ਕੇ ਫਿਰ ਅਕਬਰ ਨੇ ਦਿੱਲੀ ਲਾਹੌਰ ਨੂੰ ਜਾਂਦਾ ਗੁਰਦਾਸਪੁਰ ਠਹਿਰਿਆ ਔਰ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਨ ਲਈ ਅਤੇ ਬੇਨਤੀ ਭੇਜੀ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਇੱਕ ਬਾਦਸ਼ਾਹ को ਭੇਜਿਆ। ਆਗੇ ਉਹਨਾਂ ਕਿਹਾ ਪੜ੍ਹ ਕੇ ਸੁਣਾਓ ਕੀ ਲਿਖਿਆ। ਜਦੋਂ ਬਾਬਾ ਬੁੱਢਾ ਨੇ ਬਾਗ ਲਿਆ, ਖਾਕ ਨੂਰ ਕਰ ਦੂੰਗਾ ਆਲਮ ਦੁਨੀਆ ਆਏ, ਅਸਮਾਨ ਜਿਵੇਂ ਦਰਖਤ ਆਪ ਪੈਦਾਇਸ਼ ਖੁਦਾਏ, ਬੰਦੇ ਚਸ਼ਮ ਦੀਦੰਗ ਫਨਾਏ, ਦੁਨੀਆ ਮਰਦਾਰ ਖੁਰਦ ਨਹੀਂ ਗਾਫਲ ਹਵਾਏ। ਰਾਓ ਇਹ ਗੁਰੂ ਗ੍ਰੰਥ ਸਾਹਿਬ 'ਚ 723 ਪੰਨੇ 'ਤੇ ਹੈ। ਖਾਕ ਨਾਮ ਹੁੰਦਾ ਮਿੱਟੀ ਦਾ, ਨੂਰ ਚੇਤਨ ਸਤਾ ਅਤੇ ਕਰਦਮ ਉਹਨੇ ਕੀਤੀ ਹੈ। ਆਲਮ ਨੇ ਸਾਰੀ ਦੁਨੀਆ ਜਿਹੜੀ ਹੈ ਇਹ 5 ਤੱਤਾਂ ਦੀ ਬਣੀ ਹੈ। ਅਸਮਾਨ ਜ਼ਮੀਨ ਦਰਖਤ ਆਪ ਪਾਣੀ ਪਦਾਸ ਇਹ ਖੁਦਾ ਦੀ ਪਦਾਸ ਹੈ। ਬੰਦੇ ਚਸ਼ਮ ਕਿ ਬੰਦੇ ਚਸ਼ਮ ਖਾਨਾ ਦੀਦਨ
फनाए जो देख रहे हैं दीदन दिसदा फनाए मैं नास होंदे दुनिया मरदार दुनिया जिहड़ी है मरदार आ धर्म की कमाई खुरद नहीं मैंने खाने वाली है गाफल फुली हुई है हवाए बालच ना लालच करके ये सारा शब्द सुनाया अकबर बड़ा खुश होया ये धर्म शास्त्र नूं सतकार सरूपा दे गुरु ग्रंथ सिंह बाबा बुढ़ा भाई गुरदास दे फिर हथीं वापस भेजदा अकबर बादशाह तो सतगुरां ने फिर मामला माफ़ कराउणा लाहौर तो दिल्ली नूं जांदा वापस अकबर बादशाह अमृतसर आया बाहरों मिल के खुश होया लंगर लिए कोई पेटा देनी चाहिए गुरु साहब ने देश च मीह ना गण के मीह नहीं पिया उड लगी है फसल बड़ी घट हुई है तो किसानों का मामला माफ़ किया जाए ये लोक भलाई की सांझी गल सुन के अकबर खुश होया उस साल का जिमींदारां का मामला महाराज ने माफ़ कराता अकबर की मौत तो जहांगीर जिहड़ा दिल्ली के तख्त आ गया पंजाब तो वापस आगरे पहुंचे अकबर बादशाह कतक संमत 1662 सन 1605 ਨੂੰ अक्तूबर की 16 तरीक ਨੂੰ चलाना कर गया अकबर अपने पोतरे जहांगीर के पुत्र खुसरो ਨੂੰ पिछों बादशाही तख देना चाहता ਸੀ पर जहांगीर उस वेले दिल्ली ਸੀ उन्हें अपनी बादशाह ऐलान करके तख ते बह गया खुसरो की बगावत मौत हो गई खुसरो के आगरे सी बाबे अकबर मौत के सोग सी जहांगीर ने बागी करार देता जहांगीर का ऐलान सुन खुसरो आगरे तो थोड़ी जी फौज आगरे तो लैके काबुल में भज तुरया रास्ते गोंदवाल के पत्तन तो लंघन लगा खुसरो महाराज नूं मिलिया ते लंगर विच रस पाने गुरु तो आशीर्वाद लाहौर चल गया खुसरो पिछों उहनूं फड़न वास्ते जन फौज हाँ जी तो लैके आ रहा सी खुसरो जेलम दे लंघन लगा फड़िया गया लाहौर में उन्हें फौजियों साथियों सने कतल कर दिता गया जहांगीर का गुरु महाराज नूं हुकम लाहौर बैठ के जान सब नूं जिन्होंने किसी ने किसी टाइम खुसरो की मदद की सख्त सजावां दित्तियां जद उन्होंने पता लगा कि लोगों ने चुक थल की कि गुरु ने बागी खुसरो नूं रास्त पानी आशीर्वाद दी है उन्हें अपने रोजनामे च लिखिया मैं उस गुरु के झूठ नूं पहलां बड़ी चंगी तरह जानदा सां इस वक्त खुसरो की मदद की सुन के मैं गुरु जी नूं उहदे कारोबार जब्त करन दे हुक्म दिना कि गुरु मौत की कड़ी सज़ा दी जाए गुरु महाराज की शहीदी जहांगीर के इस हुक्म अनुसार साधु नूं लाहौर सद्या गया 9 मई सन 1606 मुताबिक जेठ सूदी 14 संमत 1663 नूं रावी दरिया के कंढे तसीरे शहीद किया क्योंकि ये कारण होर भी है तो लाहौर जाने तो पहला सतगुरु ने अपने साहबजादे गुरु हरगोबिंद साहब नूं अपनी जगह गुरता गदी तिलक दे दिता शहीदी के कारण गुरुआ शहीदी के 3 कारण हैं जिन्होंने विरोधियों वालों बादशाह खुसरो सहायता के बहाने बहुत भड़काया इतना सख्त हुक्म लैके शहीद किया पहला चंदू की लड़की नाता मुन्ना चंदू लाहौर के रहने वाला खत्तरी जहांगीर का दीवान सी यह अपनी धी का नाता महाराज गुरु हरगोबिंद करना चाहता है तो जदों हंकार के वजन कह चवारी की टमोरी लाई है दिल्ली संगत ने यह बड़ा बुरा मनाया कि एडा हंकारी है तो गुरु अर्जन साहब ने लिखा हंकारी का नाता नहीं लेना आप चवारा बने गुरु घर नीवा मोरी समान किया ये सिखा की बेनती प्रवान करके चंदू की लड़की का नाता महाराज ने आप प्रवान करता इन्हें अपनी निरादरी समझ के गुरु घर का पहले नंबर का दोखी बन गया दूजा बाबा पिरथी जी नूं गद्दी ना मिलनी तीजा मौलिया पंडितां की ईरखा इन्हें अपने नवीं बने पोस्त ग्रंथ साहब हिंदुओं की मूर्ति पूजा मुस्लिम नवाज रोजे निखेधी की है ये चुक थल की ये गुरु जी के शहीदी के भाईचारक समाजक असल कारण जिस कारण मुख रख के जहांगीर नूं चंदू वालों भड़काया गया और उन्होंने खुसरो ते 400-500 आदमियों नूं लंगर चो रोटी शाही ताकत प्राप्त वास्ते आशीर्वाद देना ये गल्लां चुकियां क्यों गुरु का लंगर का पक्षपात हो रहा सारे साझा इस वास्ते कुछ नूं लंगर रोटी देने गुरु के लंगर के निजमे ही जोड़ा भी आ जाए सके किसी रोक टोक तो है नहीं चरणवार आए
ਮਹਾਂਪੁਰਖਾਂ ਦੀ ਸਧਾਰਨ ਗੱਲ ਹੈ। ਤੇ ਪਰ ਜਹਾਂਗੀਰ ਨੇ ਇਹਨਾਂ ਦੀ ਚੁੱਕ ਥਲ ਜਾ ਕੇ ਕ੍ਰੋਧ ਵਸ ਹੋ ਕੇ ਤੇ ਇਸ ਤਰ੍ਹਾਂ ਸ਼ਹੀਦੀ ਦਾ ਹੁਕਮ ਦਿੱਤਾ। ਮਹਾਰਾਜ ਦੀ ਕੁੱਲ ਆਰਵਲਾ ਗੁਰਤਾਪਾ ਦਾ ਸਮਾਂ ਸਤਿਗੁਰਾਂ ਨੇ 43 ਵਰੇ 1 ਮਹੀਨਾ 15 ਦਿਨ ਸਰੀਰ ਕਰਕੇ ਸੰਸਾਰ ਤੇ ਰਹੇ, ਜਿਹਨੂੰ ਆਪਣਾ 24 ਵਰੇ 9 ਮਹੀਨੇ 21 ਦਿਨ ਗੁਰਤਗਦੀ ਦੇ ਵਿਰਾਜੇ। ਧੰਨ ਗੁਰੂ ਅਰਜਨ ਸਾਹਿਬ ਦੇ ਪ੍ਰਸਿੱਧ ਗੁਰਦੁਆਰੇ ਸਥਾਨ ਆ। ਪਹਿਲਾ ਲਾਹੌਰ ਦੀਵਾਨਖਾਨਾ, ਚੂਨੇ ਮੰਡੀ, ਡੇਰਾ ਸਾਹਿਬ ਸ਼ਹੀਦੀ ਸਥਾਨ। ਦੂਜਾ ਅੰਮ੍ਰਿਤਸਰ ਗੁਰਦੁਆਰਾ ਰਾਮਸਰ, ਗੁਰੂ ਕਾ ਬਾਗ ਛਿਰਟਾ, ਗੁਰੂ ਕੀ ਉਡਾਲੀ ਮੰਜੀ ਸਾਹਿਬ, ਪਿੰਡ ਖਾਰਾ, ਤਰਨਤਾਰਨ ਸਾਹਿਬ। ਤੀਜਾ ਜਲੰਧਰ ਕਰਤਾਰਪੁਰ ਸ਼ੀਸ਼ ਮਹਿਲ, ਗੁਰੂ ਕੀ ਮਹਿਲ ਥੰਮ ਸਾਹਿਬ। ਆਪ ਜੀ ਦਾ ਮੁੱਖ ਸਿਧਾਂਤ ਕੀ ਸੀ ਕਿ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਕੇ ਹਾਂਜੀ ਗੁਰਮੰਤਰ ਦਾ ਸਿਮਰਨ ਕਰਨਾ, ਬਾਣੀ ਪੜ੍ਹਨੀ, ਦਸਾਂ ਕਿਰਤ ਕਰਨੀ ਔਰ ਇਤੇ ਗੁਜ਼ਾਰਾ, ਭੁੱਖੇ ਨੰਗੇ ਲੋੜਵੰਦ ਦੀ ਅੰਨ ਵਸਤ ਨਾਲ ਸੇਵਾ ਕਰਨੀ, ਹਉਮੈ ਤਿਆਗਣੀ, ਭਾਣਾ ਮੰਨਣਾ, ਪ੍ਰੇਮ ਸ਼ਰਧਾ ਨਾਲ ਕਥਾ ਕੀਰਤਨ ਸੁਣਨਾ, ਸਤਸੰਗਤ ਕਰਨੀ। ਮਹਾਰਾਜ ਯਾਤਰਾ ਸਥਾਨ ਅੰਮ੍ਰਿਤਸਰ, ਤਰਨਤਾਰਨ, ਖਾਨਪੁਰ, ਭੈਣੀ, ਸਰਾਲੀ, ਖਡੂਰ ਸਾਹਿਬ, ਗੋਂਦਵਾਲ, ਕਰਤਾਰਪੁਰ, ਖੇਮਕਰਨ, ਜੰਬਰ, ਚੂਨੀਆਂ, ਲਾਹੌਰ, ਡੇਰਾ ਬਾਬਾ ਨਾਨਕ, ਕਰਤਾਰਪੁਰ, ਰਾਵੀ, ਬਾਟ, ਬਡਾਲੀ ਸਾਹਿਬ ਆਦਿਕ। ਸਤਿਗੁਰਾਂ ਦੇ ਪਰਉਪਕਾਰ ਅੰਮ੍ਰਿਤਸਰ ਸੰਤੋਖ ਸਰ ਪੂਰਾ ਕੀਤਾ ਔਰ ਹਰਿਮੰਦਰ ਸਾਹਿਬ ਰਚਿਆ, ਤਰਨਤਾਰਨ ਸਰੋਵਰ ਰਚਿਆ, ਨਗਰ ਵਸਾਇਆ, ਕਰਤਾਰਪੁਰ ਦੁਆਬਾ ਨਗਰ ਵਸਾਇਆ, ਲਾਹੌਰ ਬੌਲੀ ਸਾਹਿਬ ਸਤਸੰਗ ਧਰਮਸ਼ਾਲਾ ਬਣਾਈ, ਛਿਰਟਾ ਖੂਹ ਲਵਾਇਆ, ਬਾਣੀ ਅੱਤਕ ਅੱਤੜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੀੜ ਤਿਆਰ ਕਰਕੇ ਸਿੱਖ ਸੰਗਤਾਂ ਕਲਿਆਣ ਲਈ ਬੇਅੰਤ ਬਾਣੀ ਰਚ ਕੇ ਗੁਰੂ ਗ੍ਰੰਥ ਸਾਹਿਬ ਬੀੜ ਦਰਜ ਕੀਤੀ ਔਰ ਹਰਿਮੰਦਰ ਪ੍ਰਕਾਸ਼ ਕਰਕੇ ਸ਼ਬਦ ਗੁਰੂ ਪ੍ਰਕਾਸ਼ ਕੀਤਾ। ਕਥਾ ਕੀਰਤਨ ਪਰੰਪਰਾ ਸੰਗਤ ਪੰਗਤ ਲੰਗਰ ਦੀ ਚਲਾਈ, ਰਾਮਸਰ ਸੋਰ ਰਚਿਆ, ਸੱਚ ਅਸੂਲ ਦੀ ਖਾਤਰ ਸ਼ਹੀਦੀ ਦਿੱਤੀ। ਮੁਲਕ ਦਾ ਬਾਦਸ਼ਾਹ ਅਕਬਰ ਤੇ ਜਹਾਂਗੀਰ ਆਪ ਦੀ ਮਹਿਮਾ ਜਗ ਔਰਨੋ ਯਾਹੇ ਮਹਾਤਮ ਅਵਤਾਰੋ ਜਾਗਰਾਨ ਕੀਓ, ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਤੇ ਪਦ ਤੇ ਮਤ ਚੁਕ ਹੈ ਰੇ, ਮਨ ਭੇਦ ਭਭੇਦ ਨਾ ਜਾਣ ਬੀਓ, ਪ੍ਰਤਾਸ਼ਰੀ ਦਾ ਗੁਰੂ ਅਰਜਨ ਕੈ ਹਰਪੂਰਨ ਬ੍ਰਹਮ ਨਿਵਾਸ ਲਿਓ। ਭੱਟਾਂ ਨੇ ਉਸਤੇ ਕੀਤੀ ਹੈ ਤੇ ਸਾਰੀ ਮਾਨਵਤਾ ਨੂੰ ਉਪਦੇਸ਼ ਸਾਂਝਾ ਦਿੱਤਾ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾਮ, ਸਰੰਜਾਮ ਲਾਭ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ, ਜਬ ਤਬ ਸੰਜਮ ਧਰਮ ਨ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕੋ ਨਾਨਕ ਅਮਰੀਸ਼ ਕਰਮਾ, ਸਰਨ ਭਰੇ ਕੀ ਰਾਖੋ ਸਰਮ। ਇਹ ਸਤਿਗੁਰੂ ਨੇ ਸਭ ਦੇ ਹਿੱਤ ਭਲੇ ਲਈ ਉਪਦੇਸ਼ ਦਿੱਤਾ। ਸਤਿਗੁਰੂ ਦੀ ਮਹਿਮਾ ਬੜੀ ਅਲੌਕਿਕ ਬੇਅੰਤ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਗੁਰੂ ਨਾਮਦਾਨ ਸਿੱਖੀ ਸਿੱਧਕ ਭਰੋਸਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।